बहुत बहुत स्वागत है ਤੁਹਾਡੇ ਸਾਰਿਆਂ ਦਾ ਤੇ ਬਹੁਤ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇੱਕ ਹੋਰ ਨਵੀਂ ਵੈਬ ਸੀਰੀਜ਼ ਆ ਰਹੀ ਹੈ। सूरज कुमार जो राइटर भी ने ते डायरेक्टर भी ने। सानू बहुत खुशी हो रही है कि एक और वैब सीरीज जिवें पंजाब च दौर आपां देख रहे हैं नवी वैब सीरीज फिल्मां बनदियां जा रही हुण एक नवी शुरुआत और एक जो जी सारे विलन वाले कैरेक्टर इकट्ठे होया ये जरूर देखने वाला होगा कि की खास होगा इनदे विच चल रहा अजकल। क्या बात है, नाम है घोड़ी। प्लीज टेक अ सीट। थैंक यू। अच्छा डायरेक्टर साहब घोड़ी नाम है ना, घोड़ी का कैरेक्टर कौन प्ले कर रहे हैं ਇਹਦੇ ਵਿੱਚ ਤੇ ਕੀ ਇਹਦੀ ਸਟੋਰੀ ਹੋਣ ਵਾਲੀ ਹੈ? ਮਾਈਕ ਮੈਂ ਤੁਹਾਨੂੰ घोड़ी अपने अपने कैरेक्टर है यार। ਹਾਂ ਫਸਟ ਆਫ ਆਲ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੈਰੀ ਵਾਰਮ ਵੈਲਕਮ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੀ ਕਾਨਫਰੰਸ ਦੇ ਵਿੱਚ ਪਹੁੰਚ ਕੇ ਸ਼ਿਰਕਤ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਯਾਰ ਯੂਕੇ ਪ੍ਰੋਡਕਸ਼ਨਸ ਤੋਂ ਤੇ ਸਾਡੇ ਜਿਹੜੇ ਪ੍ਰੋਡਿਊਸਰ ਨੇ ਗੋਗੀ ਜੀ ਯੂਕੇ ਤੋਂ ਤੇ ਗੋਲੀ ਦਾ ਜਿਹੜਾ ਕਨਸੈਪਟ ਹੈਗਾ ਆ ਪ੍ਰਾਗ ਨੇ ਜਿਵੇਂ ਕਿਹਾ ਕਿ ਸਾਰੇ ਗੈਂਗਸਟਰ ਨੇ ਪਹਿਲਾਂ ਹੀ ਵਿਲਨ ਵਾਲੇ ਕਿਰਦਾਰ ਨੇ ਪਹਿਲਾਂ ਹੀ ਸੋ ਇਹਦਾ ਬਹੁਤ ਵੱਡਾ ਸਾਡਾ ਇੱਕ ਮੋਟਿਵ ਆ। ਸੂਰਜ ਇਸ ਸਟੋਰੀ ਦਾ ਰਾਈਟਰ ਆ ਤੇ ਜਦੋਂ ਸੂਰਜ ਇਹ ਲਿਖ ਰਿਹਾ ਸੀ ਜਦੋਂ ਅਸੀਂ ਇਹ ਆਈਡੀਆ ਡਿਵੈਲਪ ਕਰ ਰਹੇ ਸੀ ਸੋ ਸਾਨੂੰ ਪਤਾ ਕਿ ਅੱਜ ਦੀ ਯੂਥ ਇਦਾਂ ਦੀਆਂ ਚੀਜ਼ਾਂ ਦੇਖਣੀਆਂ ਪਸੰਦ ਕਰਦੀਆਂ ਨੇ ਬਟ ਵੀ ਵਾਂਟ ਕਿ ਉਹ ਜੋ ਚੀਜ਼ਾਂ ਦੇਖਣੀਆਂ ਪਸੰਦ ਕਰਦੀਆਂ ਨੇ ਤਾਂ ਉਹਨਾਂ ਦੇ ਜ਼ਰੀਏ ਉਹੀ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਇੱਕ ਅਸੀਂ ਅੱਛਾ ਮੈਸੇਜ ਦੇ ਪਾਈਏ। ਮੈਸੇਜ ਇਹਦੇ ਵਿੱਚ ਕੀ ਹੈ? ਇਹ ਸਾਰੀ ਕਹਾਣੀ ਸਾਡੀ ਜਿਹੜੀ ਸਕ੍ਰਿਪਟ ਹੈ ਇੱਕ ਡਿਸੀਜਨ ਤੇ ਖੜੀ ਹੋਈ ਹੈ। ਇੱਕ ਫੈਸਲਾ, ਇੱਕ ਗਲਤ ਫੈਸਲਾ ਇਨਸਾਨ ਨੂੰ ਕਿਤੇ ਦੀ ਕਿਤੇ ਲੈ ਜਾਂਦਾ ਕਿ ਉਹ ਚਾਹ ਕੇ ਵੀ ਵਾਪਸ ਨਹੀਂ ਆ ਸਕਦਾ। ਇੱਕ ਫੈਸਲਾ ਅੱਛਾ ਤੁਹਾਨੂੰ ਬਣਾ ਵੀ ਸਕਦਾ ਹੈ, ਇੱਕ ਫੈਸਲਾ ਬੁਰਾ ਤੁਹਾਨੂੰ ਕਿਤੇ ਵੀ ਨਰਕ ਦੀ ਅੱਗ ਦੇ ਵਿੱਚ ਧਕੇਲ ਦੇ ਸਕਦਾ ਹੈ, ਕਿਤੇ ਜੁਰਮ ਦੀ ਦੁਨੀਆ ਦੇ ਵਿੱਚ ਵੀ ਧਕੇਲ ਸਕਦਾ ਹੈ। ਇਹਦੇ ਨਾਲ ਹੀ ਗੋਲੀ ਦਾ ਨਾਮ ਪੈਦਾ ਹੋਇਆ। ਜਿਵੇਂ ਬੰਦੂਕ ਚੋਂ ਨਿਕਲੀ ਹੋਈ ਗੋਲੀ ਵਾਪਸ ਨਹੀਂ ਆਉਂਦੀ, ਤੀਰ ਚੋਂ ਨਿਕਲਿਆ ਹੋਇਆ ਕਮਾਨ ਵਾਪਸ ਨਹੀਂ ਆਉਂਦਾ, ਉਦਾਂ ਹੀ ਤੁਹਾਡਾ ਇੱਕ ਲਿੱਤਾ ਹੋਇਆ ਗਲਤ ਫੈਸਲਾ ਜਿਹੜਾ ਹੈਗਾ ਦੁਬਾਰਾ ਤੁਹਾਨੂੰ ਮੁੜ ਕੇ ਆਉਣ ਦਾ ਮੌਕਾ ਨਹੀਂ ਦਿੰਦਾ। ਸੋ ਗੋਲੀ ਦਾ ਕਿਰਦਾਰ ਨਿਭਾ ਰਹੇ ਨੇ ਸਾਡੇ ਬੜੇ ਪਿਆਰੇ ਹਨੀ ਮੱਟੂ ਜੀ। मैं अपनी सारी स्टार कास्ट में भी वेलकम करांगा। सारे सीनियर आर्टिस्ट आशीष दुग्गल जी जाने माने ने इन्हों कोई इंट्रोडक्शन की लोड़ नहीं है। याद गरेवाल जी, हनी मट्टू ते अभिमन्यु ते नाल ही मेरे बैठे ने तरन हुंदल, ये साडे एग्जीक्यूटिव प्रोड्यूसर ने। ते हुण मैं तुहानू सारिਆਂ ਨੂੰ रिक्वेस्ट करांगा कि कुछ भी कोई उस्ताद अपनी वेरिफिकेशन करनी है, इन्वेस्टिगेशन करनी है तो सानू सारे इन्वेस्टिगेट कर सकते हो। सारे गुंडे उत्थे बैठे ने, सारे को तुसी इन्वेस्टिगेट कर सकते हो। रुका उधर है। अच्छा मीडिया दे जो कोई सवाल है वो पूछ सकते हैं प्लीज। अच्छा हमें भाई मैं पूछ सकना जो मेरे सवाल है मेरे अंदर का भी अंदर वाला एंकर मेरा बाहर आ जाता। अच्छा हनी मट्टू भाई जब ਤੁਹਾਡੇ ਕੋਲੇ ਆਇਆ ਕੈਰੈਕਟਰ ਹੈ ਨਾ ਪਹਿਲਾਂ ਤਾਂ ਆਪਾਂ ਸਟੋਰੀ ਸੁਣਦੇ ਆ ਬੇਸਿਕ ਹੁੰਦਾ ਕੈਰੈਕਟਰ ਵੀ ਥੋੜੀ ਇੱਕ ਯੂਨੀਕ ਜਿਹਾ ਨਾਮ ਹੋਊਗਾ ਮੈਨੂੰ ਲੱਗਦਾ ਜਿਹੜੇ ਇਸ ਤੋਂ ਬਾਅਦ ਕੀ ਰਿਐਕਸ਼ਨ ਸੀਗਾ ਕੀ ਤੁਹਾਡਾ ਉਹ ਸੀਗਾ ਜਦ ਪਹਿਲੀ ਵਾਰ ਇਹ ਸਟੋਰੀ ਸੁਣੀ? ਪਹਿਲਾਂ ਤਾਂ ਸਾਰੇ ਮੁੰਡਿਆਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਮਾਣ ਤੇ ਸਤਿਕਾਰ। ਜਦੋਂ ਮੇਰੇ ਕੋਲ ਇਹ ਕਹਾਣੀ ਆਈ ਹੈ ਮੈਂ ਸੁਣਿਆ ਇਸ ਕਰੈਕਟਰ ਬਾਰੇ ਤੇ ਹਰ ਇੱਕ ਐਕਟਰ ਨੂੰ ਇਹ ਜ਼ਰੂਰ ਹੁੰਦਾ ਕਿ ਕੁਝ ਅੱਛਾ ਕਿਉਂ ਭਾਜੀ ਹਰ ਇੱਕ ਐਕਟਰ ਨੂੰ ਇਹ ਲੱਗਦਾ ਕਿ ਕੋਈ ਚੰਗੀ ਚੀਜ਼ ਮਿਲੇ, ਕੁਝ ਵਧੀਆ ਕਰਨ ਨੂੰ ਮਿਲੇ। ਚਲੋ ਖੈਰ ਪਹਿਲਾਂ ਵੀ ਕਰਦੇ ਹਾਂ, ਵਧੀਆ ਕੀਤਾ, ਤੁਸੀਂ ਪਿਆਰ ਦਿੱਤਾ ਹੈ, ਸ਼ਾਇਦ ਵਧੀਆ ਚੀਜ਼ਾਂ ਮਿਸੇ ਹੁੰਦੀਆਂ ਰਹੀਆਂ ਨੇ ਤੇ ਉੱਦਾਂ ਹੀ ਇਹ ਵੀ ਕਰੈਕਟਰ ਹਿੱਸੇ ਆਇਆ ਤੇ ਸ਼ੁਕਰਗੁਜ਼ਾਰ ਹਾਂ ਰੱਬ ਦਾ ਜਿਨੇ ਇੱਕ ਕਿਰਦਾਰ ਝੋਲੀ ਪਾਏ ਨੇ। ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਜੋ ਤੁਹਾਡਾ ਹੈਗਾ, ਜੋ ਤੁਹਾਡੇ ਹਿੱਸੇ ਹੋਣਾ, ਤੁਸੀਂ ਜਿੱਥੇ ਵੀ ਆਉਣਗੇ, ਜਿੱਥੇ ਵੀ ਬੈਠੇ ਹੋਣਗੇ, ਉਹ ਚੀਜ਼ ਤੁਹਾਡੇ ਹਿੱਸੇ ਹੋਣੀ ਹੋਣੀ।
ਤੇ ਜੇ ਮੈਂ ਕਿਰਦਾਰ ਦੀ ਗੱਲ ਕਰਾਂ ਤੇ ਮੈਂ ਸੁਣਿਆ ਵਧੀਆ ਲੱਗਾ, ਕੁਝ ਵੱਖਰਾ ਆ। ਤੇ ਜਿਵੇਂ ਭਾਜੀ ਨੇ ਪਹਿਲਾਂ ਦੱਸਿਆ ਕਿ ਗੋਲੀ ਜਿਵੇਂ ਬੰਦੂਕ ਚੋਂ ਨਿਕਲਦੀ ਹੈ, ਇਹ ਉਸ ਤਰ੍ਹਾਂ ਕਿ ਜਿਵੇਂ ਤੁਹਾਡਾ ਡਿਸੀਜਨ ਜਿਹੜਾ ਤੁਸੀਂ ਲੈ ਲੈਂਦੇ ਹੋ ਵਾਪਸ ਨਹੀਂ ਆਉਂਦਾ ਗੋਲੀ ਨੂੰ। ਤੇ ਇਹ ਵੀ ਜਿਹੜਾ ਕਿਰਦਾਰ ਹੈ ਜਿਹਨੇ ਇੱਕ ਗਲਤ ਡਿਸੀਜਨ ਲੈ ਲਿਆ ਤੇ ਉਹਦੀ ਜ਼ਿੰਦਗੀ 'ਚ ਕੀ ਬਣ ਜਾਂਦਾ ਤੇ ਉਹਦੀ ਜ਼ਿੰਦਗੀ ਨੂੰ ਕੀ ਬਣਾ ਦਿੰਦਾ, ਇਹ ਤੁਹਾਨੂੰ ਫਿਲਮ 'ਚ ਦੇਖਣ ਨੂੰ ਮਿਲੂਗਾ, ਸਾਨੂੰ ਵੈਬ ਸੀਰੀਜ਼ 'ਚ ਦੇਖਣ ਨੂੰ ਮਿਲੂਗਾ। ਤੇ ਬਾਕੀ ਮੈਨੂੰ ਯਕੀਨ ਆ ਕਿ ਜਿੱਦਾਂ ਤੁਸੀਂ ਪਹਿਲਾਂ ਮੇਰੇ ਕਿਰਦਾਰ ਨੂੰ ਜਾਂ ਕੰਮ ਨੂੰ ਜਿੰਨੇ ਕਰੈਕਟਰਸ ਕੀਤੇ ਨੇ ਪਿਆਰ ਦਿੰਦੇ ਆਏ ਹੋ, ਇਹਨੂੰ ਵੀ ਉਦਾਂ ਹੀ ਪਿਆਰ ਦਵਾਂਗੇ। ਥੈਂਕ ਯੂ ਜੀ। अच्छा, जिन्होंने स्टोरी लिखी है ना उन्होंने तो की आया कॉन्सेप्ट दिमाग च जो गोली का टाइटल भी रखा गया ते कदों तो इस स्टोरी ते तुसीं बैठे हो? ਜੇ ਆਪਾਂ ਗੱਲ ਕਰੀਏ ਮਤਲਬ ਇਹ ਕਨਸੈਪਟ ਬਸ ਵੈਸੇ ਅਸੀਂ ਜਿਵੇਂ ਭਾਈ ਨੇ ਦੱਸਿਆ ਵੀ ਅਸੀਂ ਇੱਕ ਡਿਸੀਜਨ ਆਪਾਂ ਗਲਤ ਲੈ ਲਿਆ ਤੇ ਹੋ ਸਕਦਾ ਕਿ ਉਹ ਸ਼ਾਇਦ ਆਪਣੀ ਲਾਈਫ 'ਚ ਕਿਤੇ ਨਾ ਕਿਤੇ ਹੋਇਆ ਹੋਊਗਾ ਨਾ ਵੀ ਆਪਾਂ ਡਿਸੀਜਨ ਕੋਈ ਆਪਾਂ ਗਲਤ ਲੈ ਲੈਂਦੇ ਹਾਂ ਤੇ ਉਹਦੇ ਫਿਰ ਯਾਨੀ ਕਿ ਆਪਾਂ ਜਿਹੜੇ ਨਤੀਜੇ ਉਹਦੀ ਆਪਾਂ ਗਲਤੀ ਕੋਈ ਕਰਦੇ ਹਾਂ ਤਾਂ ਸੋ ਉਹ ਸਿਰਫ ਇੱਕ ਡਿਸੀਜਨ ਕਰਕੇ ਅਸੀਂ ਕਹਾ ਮਤਲਬ ਕਰੈਕਟਰ ਸੀ ਜਿਹੜਾ ਮਤਲਬ ਬਣਾਇਆ ਨਾ ਗੋਲੀ, ਸੋ ਉਹਦਾ ਟਾਈਟਲ ਵੀ ਅਸੀਂ ਆਈ ਰੱਖਿਆ ਗੋਲੀ। ਮਤਲਬ ਇਹਦੇ ਥਰੂ ਇੱਕ ਆਪਾਂ ਲੋਕਾਂ ਨੂੰ ਮੈਸੇਜ ਦੇਣਾ ਹੈ, ਵਧੀਆ ਨਾਮ ਗੋਲੀ ਹੈ ਲੇਕਿਨ ਜਦੋਂ ਆਓ ਕਿ ਉਹਨੇ ਪਤਾ ਲੱਗੂਗਾ ਨਾ। ਤੇ ਬਾਕੀ ਬਾਕੀ ਜਿਹੜੇ ਕਰੈਕਟਰ ਸੀਗੇ ਨਾ ਸ਼ਿਵਦੂਗਲ ਜੀ ਦਾ, ਹਨੀਮੱਤੂ ਭਾਈ ਦਾ, ਯਾਦ ਗਰੇਵਾਲ ਜੀ ਦਾ, ਸਾਰਿਆਂ ਦਾ ਉਹ ਪਹਿਲਾਂ ਹੀ ਲਿਖਦੇ ਸੋਚ ਲਿਆ ਸੀਗਾ ਵੀ ਇਹ ਫਿੱਟ ਬੈਠਣਗੇ ਜਾਂ ਬਾਅਦ ਚ ਡਿਸੀਜਨ ਹੋਇਆ ਸਭ? ਨਹੀਂ ਬਿਲਕੁਲ ਵਧੀਆ। ਇਹ ਮੈਂ ਮਤਲਬ ਜਦੋਂ ਅਸੀਂ ਸਟੋਰੀ ਲਿਖਦੇ ਹਾਂ ਕੋਈ ਵੀ ਚੀਜ਼ ਲਿਖਦੇ ਹਾਂ ਵੈਸੇ ਇੱਕ ਮਾਈਂਡ 'ਚ ਆਪਣੇ ਫਿਲਮ ਬਣ ਜਾਂਦੀ ਹੈ ਕਿ ਆਪਾਂ ਆਹ ਚੀਜ਼ ਕਰਨੀ ਹੈ, ਆਪਣੇ ਆਹ ਕਰੈਕਟਰ ਹੋਣਗੇ ਜਾਂ ਉਹ ਕਰੈਕਟਰ ਆਹ ਚੀਜ਼ ਕਰ ਸਕਦਾ, ਤਾਂ ਉਹ ਮੈਂ ਪਹਿਲਾਂ ਹੀ ਫਾਈਨਲ ਕਰ ਲਿਆ ਸੀ ਕਿ ਅਸ਼ੀਸ਼ ਭਾਈ ਦਾ ਉਹ ਕਰੈਕਟਰ ਹੋਊਗਾ, ਹਨੀ ਭਾਈ ਦਾ ਉਹ ਕਰੈਕਟਰ ਹੋਊਗਾ, ਯਾਦ ਭਾਈ ਦਾ ਕਰੈਕਟਰ ਹੋਊਗਾ। ਆਲਰੇਡੀ ਪਹਿਲਾਂ ਹੀ ਸੋਚ ਕੇ ਹੀ ਲਿਖੇ ਨੇ ਸਾਰੇ, ਸੋ ਤਾਂ ਕਰਕੇ ਅਸੀਂ ਕਾਸਟ ਕੀ ਵਾਰੀ ਉਹਨਾਂ ਨੇ ਲਿਖਤਾ ਹੈ। ਠੀਕ ਹੈ। ਅੱਛਾ, ਜਦ ਤੁਹਾਡੇ ਕੋਲ ਡਾਇਰੈਕਟਰ ਦਾ ਤੁਹਾਡੇ ਕੋਲ ਸਟੋਰੀ ਆਈ ਹੈ ਨਾ, ਤੁਹਾਡਾ ਕੀ ਦਾ ਉਹ ਸੀਗਾ ਕਿ ਮੈਂ ਇਹਨੂੰ ਕਿਹੜੇ ਲੈਵਲ ਤੇ ਸ਼ੂਟ ਕਰਨਾ, ਕਿਉਂਕਿ ਆਪਾਂ ਦੇਖਦੇ ਹਾਂ ਸਟੋਰੀ ਹੁੰਦੀ ਆ, ਉਹ ਪਹਿਲਾਂ ਸਟੋਰੀ ਹੁੰਦੀ ਆ, ਫਿਲਮ ਜਾਂ ਵੈਬ ਸੀਰੀਜ਼ ਉਹ ਬਾਅਦ ਚ ਬਣਦੀ ਆ ਵੀ ਮੈਂ ਇਹਨੂੰ ਇੱਕ ਵੈਬ ਸੀਰੀਜ਼ ਦੇ ਤੌਰ ਤੇ ਲੋਕਾਂ ਨੂੰ ਦਿਖਾਣਾ ਚਾਹੁੰਦਾ। ਇਨੀਸ਼ੀਅਲੀ ਤਾਂ ਇਹ ਮੂਵੀ ਦਾ ਪਲਾਨ ਸੀਗਾ ਸਾਰਾ, ਬਟ ਜਿਹੜਾ ਮੈਸੇਜ ਹੈ ਉਹ ਮੂਵੀ ਦੇ ਵਿੱਚ ਕਲੀਅਰ ਨਹੀਂ ਹੁੰਦਾ ਜਾਂ ਮੂਵੀ ਕਿਤੇ ਨਾ ਕਿਤੇ ਜਾ ਕੇ ਇੱਕ ਕੰਪੀਟੀਸ਼ਨ ਦੇ ਵਿੱਚ ਜ਼ਰੂਰ ਫਸ ਜਾਂਦੀ ਹੈਗੀ ਹੈ, ਬਹੁਤ ਜ਼ਿਆਦਾ ਚਾਂਸਸ ਹੁੰਦੇ ਨੇ। ਵੈਬ ਸੀਰੀਜ਼ ਦਾ ਇੱਕ ਜੇ ਆਡੀਅנס ਦੇ ਪੁਆਇੰਟ ਆਫ View ਨਾਲ ਲਗਾਵਾਂ ਤਾਂ ਅੱਜ ਦੀ ਡੇਟ ਦੇ ਵਿੱਚ ਤੁਸੀਂ OTT ਪਲੇਟਫਾਰਮਸ ਦੇਖੋਗੇ, ਆਨਲਾਈਨ ਪਲੇਟਫਾਰਮਸ ਦੇਖੋਗੇ, ਕੰਟੈਂਟ ਬਹੁਤ ਹੁੰਦੇ ਹੋਏ ਵੀ ਕੰਟੈਂਟ ਕੁਝ ਵੀ ਨਹੀਂ ਹੈ ਅਵੇਲੇਬਲ। ਕੋਰੋਨਾ ਦੇ ਜਿਹੜੇ 2 ਸਾਲ ਸੀ ਇਹਨਾਂ ਨੇ ਇਸ ਇੰਡਸਟਰੀ ਨੂੰ ਬਹੁਤ ਬੂਮ ਦਿੱਤਾ ਹੈ। ਹਰ ਇੱਕ ਬੰਦੇ ਨੂੰ ਹੁਣ ਕੰਮ ਮਿਲ ਰਿਹਾ ਹੈ, ਹਰ ਇੱਕ ਬੰਦਾ ਆ ਰਿਹਾ ਹੈ। ਤੁਸੀਂ ਦੇਖੋਗੇ ਕਿ Netflix ਲਗਾ ਲਓ, Amazon Prime ਲਗਾ ਲਓ, ਐਸੇ ਆਰਟਿਸਟਾਂ ਨੂੰ ਹੁਣ ਮੌਕਾ ਮਿਲ ਰਿਹਾ ਜਾ ਕੇ ਜਿਨ੍ਹਾਂ ਨੇ ਸਾਰੀਆਂ ਉਮਰਾਂ ਆਪਣੀਆਂ ਐਕਟਿੰਗ ਦੇ ਨਾਮ ਲਗਾ ਦਿੱਤੀਆਂ ਨੇ ਤੇ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਾ ਕਰਨਾ ਆਉਂਦਾ ਨਾ ਉਹ ਕਰਨਾ ਚਾਹੁੰਦੇ ਨੇ। ਬਟ ਹੁਣ ਇਹ ਦੌਰ ਆ ਰਿਹਾ ਹੈਗਾ ਕਿ ਐਕਟਰਸ ਵਾਸਤੇ, ਫਿਲਮ ਇੰਡਸਟਰੀ ਵਾਸਤੇ ਇਹ ਬਹੁਤ ਬੂਮ ਦਾ ਦੌਰ ਹੈਗਾ। ਫਿਰ ਇਹਨੂੰ ਅਸੀਂ ਮੂਵੀ ਤੋਂ ਅਸੀਂ ਇਹਨੂੰ ਬਹੁਤ ਜ਼ਿਆਦਾ ਡਿਟੇਲਡ ਦਿਖਾਉਣਾ ਚਾਹੁੰਦੇ ਹਾਂ। ਇਹਦੇ ਵਿੱਚ ਸਾਡਾ ਹਰ ਇੱਕ ਕਿਰਦਾਰ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈਗਾ। ਹਰ ਇੱਕ ਐਪੀਸੋਡ ਦੇ ਵਿੱਚ ਇੱਕ ਟਵਿਸਟ ਹੈਗਾ, ਹਰ ਇੱਕ ਐਪੀਸੋਡ ਦੇ ਵਿੱਚ ਨਵੀਂ ਐਂਟਰੀ ਹੈਗੀ, ਨਵੀਂ ਕਹਾਣੀ ਹੈਗੀ ਆ। ਸਾਈਮਲਟੇਨੀਅਸਲੀ ਇਹਦੀਆਂ ਲੇਅਰਸ ਚੱਲਦੀਆਂ। ਗੋਲੀ ਦੇ ਨਾਲ ਜਿਵੇਂ ਆਸ਼ੀਸ਼ ਭਾਜੀ ਦਾ ਰੋਲ ਹੈਗਾ ਬਿੱਲੇ ਦਾ, ਇਹਨਾਂ ਲਈ ਇੱਕ ਆਪਣਾ ਔਰਾ ਹੈਗਾ, ਇਹਨਾਂ ਦੀ ਇੱਕ ਆਪਣੀ ਕਹਾਣੀ ਹੈ, ਇੱਕ ਆਪਣੀ ਸਲਤਨਤ ਹੈ। ਇਹ ਕਿੱਥੋਂ ਜਾ ਕੇ ਕਨੈਕਟ ਹੁੰਦੇ ਨੇ ਗੋਲੀ ਦੇ ਨਾਲ। ਤੇ ਗੋਲੀ ਇੱਕ ਬਹੁਤ ਛੋਟੇ ਪਰਿਵਾਰ ਚੋਂ ਉੱਠਿਆ ਹੋਇਆ ਬੰਦਾ ਜਿਹਨੂੰ ਕਿ ਬਚਪਨ ਤੋਂ ਸ਼ੌਂਕ ਸੀਗਾ ਕਿ ਗੈਂਗਸਟਰ ਬਣਨਾ ਆ, ਬਟ ਮਾਂ-ਬਾਪ ਦੀ ਸਿੱਖਿਆ ਉਹਨੂੰ ਕਦੇ ਬਣਨ ਨਹੀਂ ਦਿੰਦੇ ਸੀ। ਵਨ ਵੈਰੀ ਫਾਈਨ ਡੇ ਉਹਨੂੰ ਕਿਸੇ ਤੇ ਗੁੱਸਾ ਆਉਂਦਾ ਹੈ ਤੇ ਉਹਨੂੰ ਲੱਗਦਾ ਵੀ ਚੱਲ ਯਾਰ ਅੱਜ ਦਾ ਕੰਮ ਕਰਦੇ ਹਾਂ, ਬਟ ਉਹ ਕੰਮ ਉਹ ਕਰਦਾ ਨਹੀਂ ਹੈਗਾ। ਬਟ ਫਿਰ ਵੀ ਉਹ ਕੋਈ ਹੋਰ ਕਰ ਜਾਂਦਾ ਆ। ਇਸ ਸਾਡਾ ਜਿਹੜਾ ਕਾਨੂੰਨ ਸਿਸਟਮ ਹੈ ਜਾਂ ਸਮਾਜਿਕ ਸਿਸਟਮ ਹੈ, ਇੱਕ ਗਲਤੀ ਹੋ ਜਾਂਦੀ ਹੈ ਤਾਂ ਉਹਨੂੰ ਬੰਦੇ ਨੂੰ ਵਾਪਸ ਨਹੀਂ ਹੋਣ ਦਿੰਦੇ, ਉਹਨੂੰ ਸੁਧਰਨ ਦਾ ਮੌਕਾ ਨਹੀਂ ਦਿੰਦੇ। ਉਹਦਾ ਸੁਧਾਰ ਸਿਰਫ ਇੱਕ ਜੇਲ੍ਹ ਹੁੰਦੀ ਹੈ, ਹੋਰ ਹੁੰਦੀ ਹੈ। ਉਹ ਜਿਹੜਾ ਡਰ ਸੀਗਾ ਗੋਲੀ ਦੇ ਅੰਦਰ, ਉਸ ਡਰ ਨੇ ਉਹਨੂੰ ਇੱਕ ਫੁੱਲ ਫਲੈਜ ਕ੍ਰਿਮੀਨਲ ਬਣਾਤਾ ਕਿ ਉਹਨੇ ਕ੍ਰਾਈਮ ਕੀਤਾ ਵੀ ਨਹੀਂ, ਕਿਸੇ ਦਾ ਕ੍ਰਾਈਮ ਉਹਦੇ ਸਿਰ ਤੇ ਪੈ ਗਿਆ
ਬਟ ਉਹਨੂੰ ਹੁਣ ਕੋਈ ਜਾਣ ਦਾ ਰਸਤਾ ਹੈ ਨਹੀਂ, ਉਹ ਕਹਿੰਦਾ ਚਲੋ ਹੁਣ ਇਦਾਂ ਹੀ ਸਹੀ। ਹਰ ਕਰੈਕਟਰ ਆਪਣੇ ਆਪ ਦੇ ਵਿੱਚ ਇੱਕ ਪੂਰੀ ਲਾਈਫ ਆ, ਉਹਦੀ ਪੂਰੀ ਲਾਈਫ ਦਾ ਵਰਣਨ ਹੈ, ਵੀ ਜਿਹੜਾ 3 ਘੰਟੇ ਦੀ ਜਾਂ 2.5 ਘੰਟੇ ਦੀ ਮੂਵੀ ਦੇ ਵਿੱਚ ਪੋਸੀਬਲ ਨਹੀਂ ਹੁੰਦਾ ਹੈਗਾ ਹਰ ਚੀਜ਼ ਨੂੰ ਹਾਈਲਾਈਟ ਕਰਨਾ। ਤੇ ਇਸ ਕਰਕੇ ਇੱਥੋਂ ਮੂਵੀ ਤੋਂ ਇਹ ਵੈਬ ਸੀਰੀਜ਼ ਦਾ ਜਨਮ ਹੋਇਆ। ਅੱਛਾ, ਯਾਦ ਮੇਰੇ ਬਾਅਦ ਕਰੀ ਜਦ ਤੁਹਾਡੇ ਕੋਲ ਆਇਆ ਸੀ ਨਾ ਕਨਸੈਪਟ, ਜ਼ਿਆਦਾ ਖਤਰਨਾਕ ਕੀ ਲੱਗਿਆ, ਆਪਣਾ ਕੈਰੈਕਟਰ ਉਹਦੇ ਵਿੱਚ ਜਾਂ ਪੂਰੀ ਜ਼ਿੰਦਗੀ? ਨਹੀਂ ਐਕਚੁਅਲੀ ਗੱਲ ਪਤਾ ਕੀ ਹੈ, ਇਹ ਜਿਹੜੀ ਵੈਬ ਸੀਰੀਜ਼ ਦੇ 2 ਪਾਰਟਸ ਬਣ ਰਹੀ ਹੈ। ਇਹਦੇ ਜਿਹੜਾ ਫਸਟ ਪਾਰਟ ਨੂੰ ਸ਼ੁਰੂ ਕਰਨ ਲੱਗੇ, ਇਹਦੇ 'ਚ ਮੈਂ ਗੈਸਟ ਹੀ ਹੋਊਗਾ, ਮੇਰਾ ਸੈਕੰਡ ਪਾਰਟ ਦੇ ਵਿੱਚ ਹੈ। ਇਸ ਕਰਕੇ ਉਹ ਹਾਲੇ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਕਿਉਂਕਿ ਮੇਰਾ ਫਸਟ ਪਾਰਟ ਦੀ ਗੱਲ ਹੀ ਹੋ ਰਹੀ ਹੈ ਤੇ ਬਹੁਤ ਦੇ ਕੰਸੈਂਟਰੇਟ ਕਰ ਰਿਹਾ। ਸੋ ਹਾਲੇ ਤੁਸੀਂ ਇਹ ਦੱਸਾਂਗੇ, ਹਾਲੇ ਮੈਂ ਕੁਝ ਨਹੀਂ ਕਰ ਸਕਦਾ। ਅੱਛਾ ਜੀ, ਦੁੱਗਲ ਭਾਈ, ਸਟੋਰੀ ਕਿੰਨਾ ਕੁਝ ਲੋਕਾਂ ਨੂੰ ਮੈਸੇਜ ਦੇ ਕੇ ਜਾਊਗੀ? ਜੇ ਤੋਂ ਹੁੰਦਾ ਨਾ, ਆਪਾਂ ਸਾਰਿਆਂ ਦਾ ਸਵਾਲ ਇਹ ਹੁੰਦਾ ਕਿ ਕੀ ਮੈਸੇਜ ਮਿਲੂਗਾ। ਜਿੰਨੀ ਤੁਸੀਂ ਸਟੋਰੀ ਸੁਣੀ ਹੈ, ਕੀ ਲੱਗਦਾ ਕੀ ਮੈਸੇਜ ਲੋਕਾਂ ਨੂੰ ਮਿਲੂਗਾ? जिन्नी होगी ना पूरी सुनेंगे नंबर 1। बेसिकली ये है कि कंटेंट मेन होता है और सिनेमा जो है चाहे OTT के थ्रू कई अगर फिल्म बना के कहने समाज का आईना होता है, तो आईने से सब सारा कुछ देखता है। तो एक जो कहानी भी है कि ये सिस्टम को लेके पूरी कहानी है। कुछ चंगे मारे बंदे होंगे सारे पासे, है ना, हर बंदा माड़ा नहीं होता, हर बंदा चंगा नहीं होता। इस सिस्टम के कुछ लोग मतलब चाह के भी उतना नहीं सर्वाइव कर सकते जितना करना चाहते हैं। कुछ मेरे के बंदे होंगे हैं, उस सीधे राह पे नहीं करते, मैं आप खुद सीधा जाते हैं। तो वो किरदार है एक्चुअली ना, आप अगर देखिए सारे आसपास ही इतना के किरदार होंगे, तो कहानी दे विच एक नहीं कई मैसेज होंगे। सेकंडली की होता है कि कहानी के मैसेज तो बहुत होंगे, हर बंदा अपने हिसाब नाल चीज सीखता हो। ये नहीं कि एक मैसेज सारे भी एक मैसेज होंगे, नहीं, अलग-अलग सिचुएशन पे अलग-अलग मैसेजेस होंगे ने ते हर बंदा अपने हिसाब नाल पिक करदा कि यार आ नहीं करना चाहिए, आ करन नाल इहदे सब कुछ का जो बाद च खराब होने कितना होंगे वो बंदा सोच लेता कि उतना हरकत नहीं करना। वैसे सारी दुनिया भी आप बाकी फिल्में देखते हैं या वेब सीरीज देखते हैं, उन्हें कोई तो मैसेज होता है, अलग-अलग कंटेंट होंगे हैं। तो ये कंटेंट जो है कंटेंट में सी है कि सारे जो किरदार है हो रहे हैं ते जिदा जिदा कहेंगे ਅਸੀਂ ਉਦਾਂ ਚੱਲਾਂਗੇ ਉਸ ਤੇ ਹਾਂ ਇਹ ਜ਼ਰੂਰ ਕਹੂੰਗਾ ਮੈਂ ਕਿ ਇਹਦੇ ਵਿੱਚ ਮੈਸੇजेस ਬਹੁਤ ਨੇ। ਬਾਕੀ ਬੰਦ ਤੋਂ ਬਾਅਦ ਕੋਈ ਸਟੋਰੀ ਕਾਫੀ ਮੈਂ ਰਿਵੀਲ ਕਰਤੀ ਔਰ ਮੈਨੂੰ ਲੱਗ ਰਿਹਾ ਕਿ ਜ਼ਿਆਦਾ ਕਰੀ ਜਾਂਦੇ ਕਿਉਂਕਿ ਸ਼ੁਰੂ ਨਹੀਂ ਹੋਇਆ ਸਿਲਸਿਲਾ ਨਾ, ਕਿਉਂਕਿ ਪਹਿਲੀ ਮੁਲਾਕਾਤ ਸਾਰਿਆਂ ਦੇ ਨਾਲ ਡੇ ਸ਼ੁਰੂ ਹੋਊਗਾ, ਫਿਰ ਚੀਜ਼ਾਂ ਆਪਣੇ ਆਪ ਆ ਰਹੀਆਂ ਸ਼ੁਰੂ ਹੋ ਜਾਣਗੀਆਂ। ਦਰਸ਼ਕ ਅੱਛਾ, ਅਭਿਮਨਯੂ ਭਾਈ ਬਹੁਤ ਤੁਹਾਡੇ ਜਿਹੜੇ ਕਰੈਕਟਰ ਜਿਵੇਂ ਤੁਹਾਡੇ ਵਿਲਨ ਨਾਲੇ ਜ਼ਿਆਦਾ ਕਰੈਕਟਰ ਹੈ, ਇਸ 'ਚ ਪੋਜ਼ਿਟਿਵ ਕਰੈਕਟਰ ਜਾਓਗੇ ਕਿ ਇਸ 'ਚ ਵੀ ਵਿਲਨ ਦਾ ਕਰੈਕਟਰ ਨਹੀਂ ਬਹੁਤ ਜ਼ਿਆਦਾ? ਸਾਰੇ ਪਿਆਰ ਦੇ ਸੱਚੇ ਗੱਲ ਹੈ, ਜਿਵੇਂ ਕਿ ਪਹਿਲਾਂ ਦੱਸਿਆ ਵੀ ਸਾਰੇ ਨੈਗੇਟਿਵ ਤੇ ਅੱਜ ਤਾਂ ਸਿਰਫ ਗੋਲੀ ਬਾਰੇ ਦੱਸ ਪਾਵਾਂਗੇ, ਹੋਰ ਕੁਝ ਨਹੀਂ ਕਰਾਂਗੇ। ਜਿੱਥੋਂ ਤੱਕ ਜਿਵੇਂ ਅਸ਼ੀਸ਼ ਭਾਜੀ ਦੀ ਗੱਲ ਕੀਤੀ, ਜਿੱਥੋਂ ਤੱਕ ਮੈਸੇਜ ਦੀ ਗੱਲ ਕਰੀਏ, ਉਹਦਾ ਆਪਣੀ ਵਿਜ਼ਨ ਤੇ ਉਹ ਤਾਂ ਆਪਾਂ ਮਾਈਕ ਤੋਂ ਸਿੱਖ ਸਕਦੇ ਹਾਂ ਕਿ ਦੂਸਰੇ ਦੀ ਆਵਾਜ਼ ਕਿਵੇਂ ਬਣਨਾ ਹੈ, ਛੱਤ ਤੋਂ ਕਿਸੇ ਦਾ ਸਿਰ ਕਿਵੇਂ ਕੱਢਣਾ, ਉਹ ਤਾਂ ਆਪਣੀ ਵਿਜ਼ਨ ਤੇ ਹੈ, ਜਸਟ ਐਂਟਰਟੇਨਮੈਂਟ ਹੈ। ਤੁਸੀਂ ਕਿਹੜੀ ਚੀਜ਼ ਨੂੰ ਕਿਵੇਂ ਲੈਂਦੇ ਹੋ ਆਪਣੇ क्या बता? अच्छा, कोई सवाल कमल का सीगा एक भाई माइक जी नहीं माइक की जरूरत नहीं। आजा अपने एनका भुले यार, एनका वालियां बहुत चंगियां ते अशीष सर सवाल तो मैं पूछना चाहना भी हुन बिल्ला जग्गे ते बख्तावर तो ऊपरले लेवल दा है या कुछ किथे कहने वाला बिल्ला जी? कोई ऊपर रेखा कुछ नहीं होता, हर कहानी होती है, हर कहानी में कुछ किरदार होते हैं, ठीक है। जो मैं जगह किया और मैं ये नहीं पता सी कि चलूगी कितनी चलूगी या कितना पसंद किया जाऊगा। जिवें आप उत्ते मां की गल कर रहे थे ना, पता नहीं सी कि कैरेक्टर कितना अच्छा लगे, मैंने ये कहा कि मैंने भाजी बहुत अच्छा लगे। एक्टर का काम है किरदार को आ गया सामने, जितना डायरेक्टर चाहता है या जितना कंसीव करके अपने लिए बेहतर करो। बाकी वो लोगों ने कचहरी जाके अपना जो ऊपर रेखा का काम तो लोग डिसाइड करते हैं, बहुत चंगा लगता है कि नहीं लगता ना, और थोड़ा है कि ईमानदारी से उस कैरेक्टर को बेहतर करने की कोशिश करो। तो हो सकता है बिल्ला बहुत ऊपर जाए या बहुत चंगा लगे, क्योंकि मेरे लिए हर वक्त फिल्म एक चैलेंज हो जाता है कि मैं इस एक किरदार जो होर कर रहा है और पहले मैं वो अलग कितना करा, ये ना लगे कि यार ये तो जगह ही लगी जाता है या कुछ हाँ बख्तावर है तो वो नहीं लग रहा है, वो खतरनाक है, तक कर दिया ना। सो मोरे ऐसी किरदार लो आगे अपना अपना करके
ਕੋਸ਼ਿਸ਼ ਕਰਾਂਗੇ ਜਿੱਦਾਂ ਦਾ ਡਾਇਰੈਕਟਰ ਨੇ ਜਾਂ ਰਾਈਟਰ ਨੇ ਕਨਸੀਵ ਕੀਤਾ ਹੈ, ਤੇ ਅਸੀਂ ਆਪਣੇ ਹਿਸਾਬ ਨਾਲ ਉਹ ਬੰਦੇ ਤੇ ਲੈ ਕੇ ਆਈਏ। ਇੰਨੀ ਦੂਰ ਆ, ਨੇੜੇ ਆ ਜਾਓ। ਇੱਕ ਤਾਂ ਆਵਾਜ਼ ਬੜੀ ਬਹੁਤ ਦੂਰ है, जब माइक एक भाई की कोई है माइक ले लो, बाकी लोग सुनो। माइक तो भी नहीं आ रही। बहुत एक्सपीरियंस हो रहा हाँ जी, सत श्री अकाल बंदा। एक्चुअली मैं पूछ रही हूँ कि थोड़ी जी आवाज है वो किसी कुड़ी ਤੋਂ ਘੱਟ ਨਹੀਂ ਹੈ। ਜਦੋਂ ਤੁਸੀਂ ਬੜਕਾ ਮਾਰਨੋ ਸੁੱਤੇ ਪਏ ਨੂੰ ਜਗਾ ਦੇਣ, ਜਦੋਂ ਸਕਰੀਨ ਤੇ ਆਉਣੇ ਮਹਾਭਾਰਤ ਦੇ ਜੋਧੇ ਯਾਦ ਆ ਜਾਂਦੇ ਬਹੁਤ ਹੀ ਮਤਲਬ ਮੈਨੂੰ ਪੜਾਣ ਸਭ ਤੋਂ ਬਾਅਦ ਜੇ ਮੈਨੂੰ ਕੋਈ ਰੋਲ ਚੰਗਾ ਲੱਗਦਾ ਕਿ ਟੁਕਰ ਸਾਹਿਬ ਕਿੰਨੀ ਇੰਟਰਵਿਊ ਕੀਤੀ ਥੋੜੀ ਥੋੜਾ ਰੋਲ ਵਧੀਆ ਲੱਗਦਾ। थैंक यू वेरी मच। बहुत अच्छा रोल करते हो। रब करे जी थोड़ी गोली पिक्चर है सुपर डुपर हिट होवे ये गोली है जी, तेरे चलाऊंगा मैं। नंबर 2 सर गोली अक्षर लिखिया गोली ਇਹਦੇ ਵਿੱਚ ਗੋਲੀਆਂ ਕਿਉਂ ਦਿਖਾਈਆਂ ਗਈਆਂ? ਗੋਲੀ ਦੇ ਵਿੱਚ ਗੋਲੀਆਂ ਕਿਉਂ ਦਿਖਾਈਆਂ? अपनी गोली है जी, सारी इकट्ठी करके रखी है। एक गोली है जी, एक गोली एक्चुअली ठीक है, डिजाइन है चीज़ा हो चेंज हो गया। गोली ਉਹ ਪੁਰਾਣੀਆਂ ਦੇ ਲੋਕਾਂ ਦੀ ਗੋਲੀ ਇੱਕ ਚੱਲਦੀ ਸੀ, ਅੱਜ ਕੱਲ੍ਹ 6-6 11 ਗੋਲੀ ਨਹੀਂ ਪੈਂਦੀਆਂ ਨੇ, ਤੇ ਗੋਲੀਆਂ ਨੇ ਕਹਿਣ ਦਾ ਮਤਲਬ ਗੋਲੀ ਤੇ ਇੱਕ ਗੋਲੀ ਬੇਸਿਕਲੀ ਜੋ ਸਿੰਬਲ ਜੋ ਮੈਨੂੰ ਸਮਝ ਆਇਆ ਇਸ ਸਿੰਬਲ ਆਫ ਡੈਥ। ਗੋਲੀ ਨਿਕਲਦੀ ਹੈ ਕਿ ਜਾਨ ਦਿੰਦੀ ਹੈ, ਕਿਸੇ ਨੂੰ ਮਾਰ ਦੋ ਚਾਹੇ ਨਾ, ਚਾਹੇ ਜਾਨਵਰ ਹੋ ਚਾਹੇ ਇਨਸਾਨ ਹੋ। ਬੇਸਿਕਲੀ ਅੰਡਰਗਰਾਉਂਡ ਸੀ ਉਹਦਾ ਮਤਲਬ ਉਹ ਹੈ। ਬਾਕੀ ਪੋਸਟਰ ਤਾਂ ਉਹ ਡਿਜ਼ਾਈਨ ਕਰਦੇ ਰਹੋ, ਇਹ ਚ ਮੈਨੂੰ ਹੁਣ ਲੱਗਦਾ ਕੋਈ ਖਾਦ ਮੁੱਦੇ ਵਾਲੀ ਗੱਲ ਹੈ ਨਹੀਂ। ਕੋਈ ਹੋਰ ਪੁੱਛ ਲਓ। ਆ ਲੋ ਇਧਰੋਂ ਪੁੱਛ ਲਓ ਗੋਲੀ। ਜਿਹੜਾ ਗੋਲੀ ਦਾ ਤੁਸੀਂ ਕੁਐਸਚਨ ਪੁੱਛਿਆ ਹੈਗਾ, ਬਿਕੋਜ਼ ਸਾਨੂੰ ਹਰ ਇੱਕ ਚੀਜ਼ ਦੇ ਉੱਤੇ ਬੜੇ ਧਿਆਨ ਨਾਲ ਗੱਲ ਕਰਨੀ ਪੈਂਦੀ ਹੈ, ਕਿਉਂਕਿ ਗੋਲੀ ਦੇ ਉੱਤੇ ਗੋਲੀਆਂ ਦਾ ਨਿਸ਼ਾਨ ਇਹ ਲਗਾਇਆ ਕਿ ਇਹਨੂੰ ਕੋਈ ਖਾਣ ਵਾਲੀ ਗੋਲੀ ਨਾ ਜਾਂ ਚੂਸਣ ਵਾਲੀ ਗੋਲੀ ਨਾ ਸਮਝ ਲਓ। ਇਹ ਜਿਵੇਂ ਭਾਜੀ ਨੇ ਕਿਹਾ ਇਟਸ ਅ ਨੇਮ ਆਫ ਡੈਥ। ਸੋ ਗੋਲੀ ਨੂੰ ਹੋਰ ਇੰਪੈਕਟ ਪਾਉਣ ਲਈ ਵੀ ਅਸੀਂ ਕਿਹੜੀ ਗੋਲੀ ਦੀ ਗੱਲ ਕਰ ਰਹੇ ਹਾਂ, ਕਿਹੜੇ ਫੈਸਲੇ ਦੀ ਗੱਲ ਕਰ ਰਹੇ ਹਾਂ, ਇਸ ਲਈ ਇਹਦੇ ਉੱਤੇ ਅਸੀਂ ਗੋਲੀਆਂ ਦੇ ਨਿਸ਼ਾਨ ਜ਼ਿਆਦਾ ਦਿੱਤੇ ਨੇ ਕਿ ਰੀਕਾਲ ਵੈਲਿਊ ਇਹਦੀ ਬਣੀ ਰਹੇ। ਸਰ ਅੱਜ ਕੱਲ੍ਹ ਜਿੱਦਾਂ ਦੇਖਦੇ ਹੋ ਪੰਜਾਬ ਦੇ ਵਿੱਚ ਜਿੱਦਾਂ ਦਾ ਮਾਹੌਲ ਹੈ, ਗੈਂਗਵਾਰ ਵੱਧ ਰਿਹਾ ਹੈ, ਹਰ ਪਾਸੇ ਗੋਲੀਆਂ ਦਾ ਤੇ ਹਰ ਪਾਸੇ ਤਲਵਾਰਾਂ ਦਾ ਯਾਨੀ ਚੱਲਦਾ ਹੈ। ਤੁਸੀਂ ਨਾਮ ਰੱਖਿਆ ਗੋਲੀ, ਇਸ ਫਿਲਮ ਤੋਂ ਮੈਸੇਜ ਕਿੱਦਾਂ ਦਾ ਜਾਏਗਾ ਵੈਬ ਸੀਰੀਜ਼? ਦੇਖੋ ਜੀ, ਬੁਰਾਈ ਦਾ ਅੰਤ ਹਮੇਸ਼ਾ ਬੁਰਾਈ ਹੁੰਦਾ ਹੈ। ਜਿਹੜੇ ਵੀ ਬੱਚੇ ਭਰਾ ਆਪਣੇ ਨੌਜਵਾਨ ਗਲਤ ਰਸਤੇ ਤੇ ਜਾਂਦੇ ਨੇ, ਉਹਨਾਂ ਨੂੰ ਆਪਾਂ ਸਿੱਧਾ, ਵੈਸੇ ਤਾਂ ਉਹਨਾਂ ਦੇ ਪੇਰੈਂਟਸ ਵੀ ਸਮਝਾਉਂਦੇ ਨੇ, ਉਹਨਾਂ ਨੂੰ ਵੀ ਪਤਾ ਹੁੰਦਾ ਕਿ ਅਸੀਂ ਗਲਤ ਰਸਤੇ ਤੇ ਜਾ ਰਹੇ ਹਾਂ। ਆਸ਼ੀਸ਼ ਜੀ ਨੇ ਕਿਹਾ ਵੀ ਸਿਨੇਮਾ ਜਿਹੜਾ ਹੁੰਦਾ ਉਹ ਸਮਾਜ ਦਾ ਆਇਨਾ ਹੁੰਦਾ ਹੈ। ਕਈ ਵਾਰ ਉਹਨਾਂ ਨੂੰ ਪੌਜ਼ ਲੈ ਕੇ ਕੋਈ ਇੱਕ ਜ਼ਰੀਆ ਚਾਹੀਦਾ ਹੁੰਦਾ ਉਹਨਾਂ ਨੂੰ ਆਪਣਾ ਆਇਨਾ ਦਿਖਾਉਣ। ਮੈਂ ਜੇ ਕਿਸੇ ਗੈਂਗਸਟਰ ਨੂੰ ਜਾ ਕੇ ਕਹਾਂ ਤੂੰ ਇਹ ਕੰਮ ਛੱਡ ਦੇ, ਮੇਰੇ ਕਹੇ ਦੇ ਨਹੀਂ ਛੱਡੇਗਾ, ਆਪਣੇ ਪਿਓ ਦੇ ਕਹੇ ਦੇ ਵੀ ਨਹੀਂ ਛੱਡੇਗਾ। ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਹੈ ਕਿ ਉਸ ਚੀਜ਼ ਦਾ ਅੰਤ, ਉਸ ਚੀਜ਼ ਦੀਆਂ ਤਕਲੀਫਾਂ, ਕਿਉਂਕਿ ਕੋਈ ਬਦਮਾਸ਼ ਬਣਨਾ ਮਜਬੂਰੀ ਨਾਲ, ਕਿਸੇ ਦੇ ਪਿੱਛੇ ਕੋਈ ਪਰਿਵਾਰਿਕ ਚੀਜ਼ਾਂ ਹੁੰਦੀਆਂ ਨੇ, ਪਰ ਅੰਤ ਦਾ ਮਾੜਾ ਹੁੰਦਾ ਹੈ। ਹੁਣ ਉਹ ਅੰਤ ਤੋਂ, ਉਹ ਚੀਜ਼ ਦੇ ਵਿੱਚ ਪੈਣ ਤੋਂ ਪਹਿਲਾਂ ਜਿਹੜੇ ਨਵੇਂ ਲੋਕ ਖੜੇ ਹੋਣਾ ਚਾਹ ਰਹੇ ਨੇ ਜਾਂ ਜਿਹੜੇ ਉਹਨਾਂ ਚੀਜ਼ਾਂ ਤੋਂ ਇੰਪ੍ਰੈਸ ਹੋ ਰਹੇ ਨੇ, ਇਨਫਲੂਐਂਸ ਨੇ, ਉਹਨਾਂ ਨੂੰ ਇੱਕ ਮੈਸੇਜ ਹੋ ਜਾਏਗਾ ਕਿ ਸੋਚ ਲਓ ਇੱਕ ਵਾਰੀ ਕਿ ਜੇ ਤੁਹਾਡੀ ਗੋਲੀ ਚੱਲ ਗਈ ਜਾਂ ਤੁਸੀਂ ਡਿਸੀਜਨ ਗਲਤ ਲੈ ਲਿਆ ਤਾਂ ਵਾਪਸੀ ਨਹੀਂ ਹੋਣੀ ਜਾਂ ਅੰਤ ਤੁਹਾਡਾ ਬੁਰਾ ਹੋਊਗਾ। ਜਿਹੜੇ ਲੋਕ ਇਸ ਫੀਲਡ ਦੇ ਵਿੱਚ ਆਲਰੇਡੀ ਹੈਗੇ ਨੇ, ਘੱਟੋ ਘੱਟ ਉਹ ਰਿਅਲਾਈਜ਼ ਕਰ ਸਕਣਗੇ ਵੀ ਅਸੀਂ ਵੀ ਇਹੀ ਚੀਜ਼ ਕਰ ਰਹੇ ਹੈਗੇ ਆ, ਹਾਊ ਵੀ ਆਰ ਡਿਫਰੈਂਟ, ਐਂਡ ਇਟ ਵਿਲ ਇਨੇਬਲ them to ਸਾਡਾ ਕਨਸੈਪਟ ਉਹਨਾਂ ਨੂੰ ਇਨੇਬਲ ਕਰੇਗਾ ਕਿ ਸ਼ਾਇਦ ਉਹਨਾਂ ਲਈ ਕੋਈ ਰਸਤਾ ਮਿਲ ਜਾਏ। ਵੀ ਕੈਨਟ ਸ਼ੋਰ ਕਿ ਉਹ ਸਾਰੀ ਵੈਬ ਸੀਰੀਜ਼ ਦੇਖ ਕੇ ਲੋਕੀ ਬੁਰੇ ਕੰਮ ਕਰਨਾ ਛੱਡ ਦੇਣਗੇ ਜਾਂ ਆਪਣੀ ਫੀਲਡ ਛੱਡ ਦੇਣਗੇ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਮੈਸੇਜ ਦਈਏ। ਜਿਹੜੇ ਉਸ ਚੀਜ਼ 'ਚ ਜਾਣਾ ਚਾਹ ਰਹੇ ਨੇ ਉਹ ਵੀ ਇੱਕ ਵਾਰ ਕਦਮ ਰੋਕ ਕੇ ਇੱਕ ਵਾਰੀ ਸੋਚ ਲੈਣ, ਜਿਹੜੇ ਉਸ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਨੂੰ ਵੀ ਥੋੜਾ ਰਿਅਲਾਈਜ਼ ਹੋਵੇ ਕਿ ਅਸੀਂ ਕੀ ਕਰ ਰਹੇ ਹਾਂ, ਸਾਡੇ ਪਿੱਛੇ ਕੀ ਦਿੱਕਤ ਆ ਰਹੀਆਂ, ਸਾਡੇ ਪੇਰੈਂਟਸ ਨੂੰ ਵੀ ਦੇਖਣਾ ਪੈ ਰਿਹਾ, ਸਾਡੀ ਭੈਣ ਭਰਾਵਾਂ ਨਾਲ ਕੀ ਹੋ ਰਿਹਾ ਹੈਗਾ। ਤੇ ਇਹ ਸਾਡੀ ਇੱਕ ਨਿੱਕੀ ਜਿਹੀ ਕੋਸ਼ਿਸ਼ ਆ। ਇੰਪੈਕਟ ਜਿਵੇਂ ਇਹ ਆਪਣਾ ਆਪਣਾ ਵਿਜ਼ਨ ਹੈ ਕਿ ਕੋਈ ਕੀ ਮੈਸੇਜ ਲਏਗਾ, ਕੋਈ ਕੀ ਮੈਸੇਜ ਲਏਗਾ, ਕੋਈ ਕੀ ਮੈਸੇਜ ਲਏਗਾ, ਇਹ ਇਟ ਇਜ਼ ਨਾਟ ਇਨ ਆਰ ਕੰਟਰੋਲ। ਥੈਂਕ ਯੂ। ਮੱਟੂ ਭਾਜੀ, ਤੁਹਾਨੂੰ ਗੋਲੀ ਦਾ ਰੋਲ ਤੁਹਾਨੂੰ ਮਿਲਿਆ, ਥੋੜਾ ਫਨੀ ਹੈ ਕਿ ਤੁਹਾਡਾ ਕੱਦ ਵੀ ਛੋਟਾ ਹੈ, ਗੋਲੀ ਵੀ ਛੋਟੀ ਹੈ, ਕੀ ਕਹਿਣਾ ਚਾਹੁੰਦੇ? नहीं, गोली छोटी भी होती है, गोली बड़ी भी होती है, पर जब बचती है ना
वो गली बहुत मोटी है ਵੱਡਾ ਦਿਮਾਗ ਕਰਾਂਗੇ ਜੀ ਬਿਲਕੁਲ ਜਿੱਦਾਂ ਭਾਜੀ ਨੇ ਕਿਹਾ ਕਿ ਤੁਸੀਂ ਵੀ ਕਿਹਾ ਕਿ ਵੱਡਾ ਧਮਾਲ ਤਾਂ ਭਾਜੀ ਵੱਡਾ ਹੀ ਹੋਊਗਾ। ਬਾਕੀ ਜਿਵੇਂ ਜਿਵੇਂ ਬਣਦਾ ਜਾਏਗਾ ਦੇਖੋ ਮੈਨੂੰ ਇਹ ਹੈ ਕਿ ਮੈਂ ਸਾਰੀ ਚੀਜ਼ਾਂ ਨਹੀਂ ਦੱਸਣਾ ਚਾਹੁੰਦਾ ਕੁਝ ਚੀਜ਼ਾਂ ਸਰਪ੍ਰਾਈਜ਼ ਨੇ। ਜਿੱਦਾਂ ਤੁਸੀਂ ਮੇਰੇ ਸਾਰੇ ਕਰੈਕਟਰਾਂ ਨੂੰ ਪਿਆਰ ਦਿੱਤਾ ਉਮੀਦ ਹੈ ਮੈਨੂੰ ਕਿ ਤੁਸੀਂ ਇਹਨਾਂ ਨੂੰ ਬੇਹੱਦ ਪਿਆਰ ਦਿਓਗੇ ਤੇ ਕੁਝ ਵਧੀਆ ਤੇ ਕੁਝ ਨਵਾਂ ਹੋਊਗਾ। ਥੈਂਕ ਯੂ ਭਾਈ। पता नहीं लाइट भी मसी तो देखने को है ना देखो मैं तो पूछूंगा तो आ गया किसी का कोई सवाल ਕਿਸੇ ਦਾ ਹੈ ਕੋਈ ਸਵਾਲ ਜਾਂ 1 to 1 ਚੱਲੀਏ ਆਪਾਂ। ਸੋ ਥੈਂਕ ਯੂ ਸੋ ਮਚ ਸਾਰੀ ਟੀਮ ਦਾ ਗੋਲੀ ਦੀ ਤੇ ਉਮੀਦ ਕਰਦੇ ਹਾਂ ਜਦੋਂ ਆਊਗੀ ਸੁਪਰ ਡੂਪਰ ਹਿੱਟ ਹੋਊਗੀ ਤੇ ਹੁਣ ਆਪਾਂ 1 to 1 ਕਰਾਂਗੇ। सो सारी परफॉर्मेंस अजान मेरे घर एक बारी रिक्वेस्ट है कि वी हैव अरेंज द डिनर आल्सो एंड ड्रिंक आल्सो सो पूरे टाइम तक साडे नाल तुसीं बैठ के जाना है ते मैं 1 to 1 ਤੋਂ ਪਹਿਲਾਂ ਸਾਡੇ ਬਹੁਤ ਹੀ ਸੋਹਣੇ ਸਿੰਗਰ ਨੇ ਸੁਖ ਸੰਧੂ ਜੀ ਉਹਨਾਂ ਨੂੰ ਮੈਂ ਸਟੇਜ ਤੇ ਬੁਲਾਉਣਾ ਚਾਹਾਂਗਾ तो थोड़ा ਜਿਹਾ ਲੇਟ ਹੋ ਗਿਆ ਇਸ ਕਰਕੇ ਸੁਖ ਸੰਧੂ ਪਲੀਜ਼ सुख संधू सारा म्यूजिक पे लिरिक्स का सारा एक कर रहे थे ही इज अ वेरी नॉन लिरिसिस्ट आल्सो वेलकम सुख बहुत प्यारे सिंगर ने लिरिसिस्ट ने तो मैं सुख ਨੂੰ रिक्वेस्ट करूंगा कि अपनी कुछ भी दो लाइनों के नाल सारे ਨੂੰ वेलकम कर दें लाइना कर बहुत मुबारक सारे दो लाइना पेश ने ਉਹ ਹਾਲੇ ਚੰਗੀ ਤਰ੍ਹਾਂ ਆਏ ਨੀ ਮੈਦਾਨ 'ਚ ਉਹ ਜਦੋਂ ਆਗੇ ਬਾਣੀ ਸਾਰਿਆਂ ਨੂੰ ਪਾਲਾਂਗੇ ਉਹ ਹੱਕ ਦੀ ਕਮਾਈ ਪੱਟ ਹੋਣੀ ਏ ਉਹ 2 ਟਾਈਮ ਛੱਡ ਇੱਕ ਦੀ ਵੀ ਖਾ ਲਾਂਗੇ ਉਹ ਖਾਰੇ ਅੱਖੀ ਰੱਖ ਤੇ ਜੋ ਟੇਡਾ ਟੇਡਾ ਤੱਕਦੇ ਜੋ ਕੱਢਾਂਗੇ ਸਰਾਖ ਮਿਣ ਮਿਣ ਕੇ ਤੂੰ ਵੇਖੀ ਚੱਲ ਬਦਲੇ ਲਵਾਂਗੇ ਗਿਣ ਗਿਣ 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 ਕੇ We can proceed for 1 to 1. Thank you. ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਇਨ ਕੋਟਪੂਰਾ। ਦਰਸ਼ਕੋ, ਵੈਬ ਸੀਰੀਜ਼ ਆ ਰਹੀ ਹੈ। ਗਾਣਿਆਂ 'ਚ ਫਿਲਮਾਂ 'ਚ ਤੁਸੀਂ ਗੋਲੀਆਂ ਚੱਲਦੀਆਂ ਬਹੁਤ ਵੇਖਿਆ ਹੋਣਗੀਆਂ, ਪਰ ਹੁਣ ਇੱਕ ਵੈਬ ਸੀਰੀਜ਼ ਹੈ ਜਿਸ ਦਾ ਨਾਮ ਹੀ ਹੈ ਗੋਲੀ। ਤੇ ਉਸ ਵੈਬ ਸੀਰੀਜ਼ ਦੇ ਜਿਹੜੇ ਮੇਨ ਅਦਾਕਾਰ ਨੇ, ਜਿਹੜੇ ਮੇਨ ਕਰੈਕਟਰ ਨੇ, ਉਹ ਸਾਡੇ ਨਾਲ ਨੇ। ਨਾਮ ਹੈ ਹਨੀ ਮੱਟੂ। ਬਈ ਸਵਾਗਤ ਜੀ ਭਾਈ, ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਬਾਈ ਜੀ। ਭਾਈ ਪਹਿਲਾਂ ਤਾਂ ਕਿੱਦਾਂ ਦਾ ਮਹਿਸੂਸ, ਨਵੀਂ ਚੀਜ਼ ਆ ਰਹੀ ਹੈਗੀ ਆ, ਨਵੀਂ ਬਹੁਤ ਬਹੁਤ ਅੱਛਾ, ਬਹੁਤ ਖੁਸ਼ੀ ਹੈ ਕਿਉਂਕਿ ਜਿਹੜੀ ਚੀਜ਼ ਤੁਸੀਂ ਸੋਚੀ ਹੁੰਦੀ ਹੈ ਜਦੋਂ ਤੁਸੀਂ ਆਪਣਾ ਸਟਾਰਟ ਕਰਦੇ ਹੋ ਤੇ ਉਹ ਚੀਜ਼ ਜਦੋਂ ਤੁਹਾਨੂੰ ਮਿਲਦੀ ਹੈ ਤੇ ਉਹਦੀ ਖੁਸ਼ੀ ਆ ਜਾਂਦੀ ਜੀ। ਪਰ ਇਸ ਕਿਰਦਾਰ ਤੱਕ ਆਉਣ ਲਈ ਪਿੱਛੇ ਕੀ ਕੀ ਗਵਾਉਣਾ ਪਿਆ, ਕੀ ਕੀ ਹੰਡਾਉਣਾ ਪਿਆ? ਜੀ ਭਾਜੀ, ਬਿਲਕੁਲ ਮੈਨੂੰ ਇਹ ਲੱਗਦਾ ਕਿ ਹੰਡਾਉਣਾ ਤਾਂ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਜੀ। ਜਦੋਂ ਤੁਸੀਂ ਉਸ ਦੌੜ 'ਚ ਲੱਗੇ ਹੁੰਦੇ ਹੋ, ਬੜੀਆਂ ਚੀਜ਼ਾਂ ਤੁਹਾਨੂੰ ਸਹਿਣ ਕਰਨੀਆਂ ਪੈਂਦੀਆਂ, ਸੁਣਨੀਆਂ ਵੀ ਪੈਂਦੀਆਂ ਨੇ, ਕੱਟਣੀਆਂ ਵੀ ਪੈਂਦੀਆਂ ਨੇ, ਪਰ ਉਹ ਜਿਹੜੀ ਚੀਜ਼ ਬਾਰੇ ਤੁਸੀਂ ਸੋਚਿਆ ਹੁੰਦਾ, ਜਦੋਂ ਚੀਜ਼ ਮਿਲਦੀ ਉਹਦਾ ਸਵਾਦ ਵੀ ਜੀ ਆਡੀ ਹੈ। ਜੀ ਭਾਈ, ਸੰਘਰਸ਼ ਕਹਿੰਦੇ ਹੁੰਦੇ ਜ਼ਰੂਰੀ ਵੀ ਹੋਇਆ ਜਦੋਂ ਕੁਝ ਸਿੱਖਣਾ ਹੁੰਦਾ। ਸੰਘਰਸ਼ ਭਾਈ ਜ਼ਰੂਰੀ ਹੈ। ਮੈਂ ਕਹਿੰਦਾ ਕਿ ਜਿਹੜੇ ਬੰਦੇ ਨੇ ਤੁਸੀਂ ਉਹਨਾਂ ਚਿਰ ਉਹ ਚੀਜ਼ ਦਾ ਸਵਾਦ ਨਹੀਂ ਲੈ ਸਕਦੇ ਜੀ, ਜਿੰਨਾ ਚਿਰ ਤੁਸੀਂ ਸੰਘਰਸ਼ ਨਹੀਂ ਵੇਖਿਆ ਜਾਂ ਕੀਤਾ ਨਹੀਂ ਜੀ। ਹੈ। ਸਵਾਦ ਵੀ ਤਾਂ ਹੀ ਹੁੰਦਾ ਜੀ। ਜੇ ਬੰਦਾ ਮਿਹਨਤ ਕਰਕੇ ਕਹਿੰਦਾ ਵੀ ਯਾਰ ਮਜ਼ਾ ਆ ਗਿਆ, ਜੋ ਮੈਂ ਚਾਹੁੰਦਾ ਕਿ ਅੱਜ ਮੈਂ ਕਰ ਲਿਆ। ਪਰ ਮਾਲਕ ਦੇ ਅਰਦਾਸ ਹੈ ਕਿ ਅਜੇ ਬਹੁਤ ਕੁਛ ਕਰਨਾ ਚਾਹੁੰਦੇ ਹਾਂ, ਬਸ ਮਾਲਕ ਦਾ ਤੰਦਰੁਸਤੀ ਦੇ। ਤੁਹਾਡੇ ਕਰੈਕਟਰਾਂ ਦੇ ਵਿੱਚ, ਤੁਹਾਡੇ ਕਿਰਦਾਰਾਂ ਦੇ ਵਿੱਚ ਵਰਸਟੈਲਿਟੀ ਬਹੁਤ ਦੇਖੀ ਗਈ ਹੈ। ਤੁਸੀਂ ਹਰ ਤਰੀਕੇ ਦਾ ਹੈ ਨਾ, ਚਾਹੇ ਉਹ ਸੰਗੀਤਾ ਲਾ ਲਈਏ, ਚਾਹੇ ਉਹ ਕਮੇਡੀ ਲਾ ਲਈਏ, ਚਾਹੇ ਉਹ ਆਹ ਹੁਣ ਜਿਹੜਾ ਗੋਲੀ ਵਾਲਾ ਇਹ ਤੁਸੀਂ ਸੁਣ ਕੇ ਚੱਲ ਰਹੇ, ਮਤਲਬ ਹਰ ਤਰੀਕੇ ਦਾ ਕਿਰਦਾਰ ਤੁਸੀਂ ਨਿਭਾਉਂਦੇ। ਪਰ ਜਿਹੜੀ ਜਦੋਂ ਆਪਾਂ ਗੱਲ ਕਰਦੇ ਹੈਗੇ ਆ ਥੀਏਟਰ ਦੀ, ਜਦੋਂ ਸਿੱਖੇ ਹੋਏ ਬੰਦੇ ਇੰਡਸਟਰੀ ਦੇ ਵਿੱਚ ਜਦੋਂ ਮੂਹਰੇ ਹੋਣ ਲੱਗਿਆ ਬਾਈ ਉਹਨਾਂ ਦੇ ਕਿ ਜਿਹੜੇ ਜਿਨ੍ਹਾਂ ਨੇ ਇੰਡਸਟਰੀ, ਚਲੋ ਇਹ ਕਹਿ ਸਕਦੇ ਨੇ
ਮੂਵੀ ਇੰਡਸਟਰੀ ਹੈਗੀ ਆ ਦੁਬਾਰਾ ਤੋਂ ਖੜੀ ਫਿੰਗਰਾਂ ਨੇ ਬਿਲਕੁਲ, ਪਰ ਉਹਨੂੰ ਮੇਨਟੇਨ ਕਰਨਾ ਉਹਦਾ ਮਿਆਰ ਹੋਰ ਉੱਪਰ ਚੱਕਣ ਲਈ ਤੁਸੀਂ ਕੀ ਮੰਨਦੇ ਹੋ ਕਿ ਜਿਹੜੇ ਥੀਏਟਰ ਆਰਟਿਸਟ ਦੁਬਾਰਾ ਤੋਂ ਜਿਹੜੇ ਵਿੱਚ ਆ ਗਏ ਹੈਗੇ, ਜਿਹਨੂੰ ਮੌਕਾ ਮਿਲਣ ਲੱਗ ਗਿਆ ਦੁਬਾਰਾ ਤੋਂ ਜਿਹਨੂੰ ਝਾਕ ਸੀ ਇੰਨੇ ਟਾਈਮ ਦੀ, ਉਹ ਪੂਰੀ ਹੋਣ ਲੱਗ ਗਈ ਹੈਗੀ ਹੈ? ਦੇਖੋ ਭਾਈ, ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਜਿਹੜਾ ਕਲਾਕਾਰ ਹੈ ਕਿਸੇ ਵੀ ਖੇਤਰ ਹੈ, ਚਾਹੇ ਉਹ ਸਿੰਗਰ ਹੈ, ਚਾਹੇ ਉਹ ਐਕਟਰ ਹੈ, ਜੋ ਕਰਨਾ ਚਾਹੁੰਦਾ ਹੈ ਉਹ ਕਰ ਲੈਂਦਾ ਹੈ। ਤੇ ਕੁਛ ਵੀ ਆਡਰ ਇੱਦਾਂ ਹੀ ਥੀਏਟਰ ਵਾਲਾ ਇੱਦਾਂ ਹੀ ਜਿਹੜੇ ਸਿੰਗਰਸ ਦੀ ਆਪਾਂ ਗੱਲ ਕਰੀਏ, ਉਹ ਵੀ ਮਿਹਨਤ ਕੀਤੀ ਉਹਨਾਂ ਨੇ, ਬਿਲਕੁਲ ਜੋ ਮਿਹਨਤ ਕੀਤੀ ਹੈ ਤੇ ਤਾਂ ਉਹ ਅੱਜ ਇਸ ਮੁਕਾਮ ਤੇ ਪਹੁੰਚੇ। ਉੱਦਾਂ ਹੀ ਥੀਏਟਰ ਆਰਟਿਸਟ ਮਿਹਨਤ ਦਾ ਕੁਛ ਨਹੀਂ ਮਿਲਦਾ, ਦੋਵਾਂ ਦਾ ਕੰਮ ਬਰਾਬਰ ਹੀ ਹੈ ਜੀ। ਪਰ ਕਈ ਵਾਰ ਜਦੋਂ ਆਪਾਂ ਕੰਮ ਕਰੀ ਜਾਂਦੇ ਹੈਗੇ ਆ, ਆਪਾਂ ਨੂੰ ਕਈ ਵਾਰ ਸਫਲਤਾ ਨਹੀਂ ਮਿਲਦੀ ਹੈਗੀ, ਜਾਂ ਆਪਾਂ ਅੰਡਰਰੇਟਡ ਰਹਿ ਜਾਂਦੇ ਹੈਗੇ ਆ, ਸੋਚਦੇ ਫੀਲ ਵੀ ਹੁੰਦਾ, ਮਹਿਸੂਸ ਹੁੰਦਾ, ਕਦੇ ਦਿਲ ਨਹੀਂ ਟੁੱਟਿਆ ਵੀ ਯਾਰ ਨਹੀਂ ਯਾਰ ਕੁਛ ਨਹੀਂ ਬਣ ਰਿਹਾ ਮੈਂ ਪਿੱਛੇ? ਕਦੀ ਨਹੀਂ ਸੋਚਿਆ। ਮੈਂ ਇਹ ਜ਼ਰੂਰ ਸੋਚਦਾ ਸੀਗਾ ਕਿ ਮੈਂ ਕਰਨਾ ਹੈ ਹੀ, ਭਾਵੇਂ ਮੈਂ ਕਿਸੇ ਸਕੂਲ ਟੀਚਰ ਲੱਗ ਜਾਵਾਂ, ਚਾਹੇ ਮੈਂ ਕਿਸੇ ਕਾਲਜ ਟੀਚਰ ਲੱਗ ਜਾਵਾਂ, ਖਾਣਾ ਇਸੇ ਦਾ ਹੀ ਕਰਨਾ, ਮਤਲਬ ਇਹਦੇ 'ਚ ਹੀ ਮੈਂ ਇਹੀ ਕਰਨਾ ਕਿ ਹੋਰ ਕੋਈ ਕੰਮ ਨਹੀਂ ਆਉਂਦਾ ਇਸ ਤੋਂ ਇਲਾਵਾ। ਔਰ ਜਿਹੜੀ ਚੀਜ਼ ਨੂੰ ਤੁਸੀਂ ਟਾਈਮ ਦਿੰਦੇ ਹੋ ਨਾ ਬਈ, ਉਹ ਤੁਹਾਨੂੰ ਬਹੁਤ ਵਧੀਆ। ਔਰ ਟਾਈਮ ਦੇਣਾ ਵੱਡੀ ਗੱਲ ਹੈ, ਟਾਈਮ ਦੇਣਾ ਜ਼ਰੂਰੀ ਗੱਲ ਹੈ। ਜੇ ਮੈਂ ਕਹਾਂ ਕਿ ਇਸ ਚੀਜ਼ ਨੇ ਮੈਨੂੰ ਬਹੁਤ ਕੁਝ ਦਿੱਤਾ, ਉਹ ਦੇਣ ਤੋਂ ਪਹਿਲਾਂ ਤੁਹਾਨੂੰ ਆਪਣਾ ਆਪ ਸਮਰਪਿਤ ਕਰਨਾ ਪੈਂਦਾ ਕਿਸੇ ਚੀਜ਼ ਨੂੰ, ਜਿਹਨੂੰ ਜੇਕਰ ਤੁਸੀਂ ਉਹਦੇ ਹੁੰਦੇ ਨਹੀਂ, ਉਹ ਤੁਹਾਡੇ ਵੀ ਤੇ ਹੋਣਾ ਜ਼ਰੂਰੀ ਹੈ ਜੀ। ਜਿਹੜਾ ਸਰਲੇਖ ਹੈਗਾ ਇਸ ਹੋਲੀ ਦਾ, ਇਹ ਜਿਵੇਂ ਕਹਿੰਦੇ ਵੈਲਪ ਹੋਣਾ, ਜਿਹੜਾ ਉਹਦਾ ਅੰਤ ਬਹੁਤ ਮਾੜਾ, ਬਿਲਕੁਲ ਜੀ, ਬਿਲਕੁਲ ਮਾੜਾ। ਤੁਸੀਂ ਆਪਣੇ ਆਲੇ ਦੁਆਲੇ ਦੀਆਂ ਗੱਲਾਂ ਸੁਣੀਆਂ ਹੋਈਆਂ ਕਿ ਜਿੱਦਾਂ ਅੱਜ ਕੇਸ ਮਾਰਿਆ ਗਿਆ ਜਾਂ ਦੂਜੀ ਐਂਟੀਬਾਡੀ ਨੇ ਉਹਨੂੰ ਮਾਰਿਆ, ਐਂਡ ਦਾ ਮਾੜਾ ਹੀ ਹੈ, ਐਂਡ ਦਾ ਮਾੜਾ ਹੀ। ਤੇ ਉਹੀ ਸਾਡੀ ਕਹਾਣੀ ਦੀ ਜਿਹੜਾ ਐਂਡ ਹੈ, ਉਹ ਸਾਡੀ ਕਹਾਣੀ ਦਾ ਕਿ ਜੇ ਇੱਕ ਕਿਰਦਾਰ ਦੀ ਕਹਾਣੀ ਸ਼ੁਰੂ ਹੋਈ ਹੈ ਤੇ ਉਹਦੇ ਕਿਰਦਾਰ 'ਚ ਕਿਹੜੀਆਂ ਚੀਜ਼ਾਂ ਸੀਗੀਆਂ, ਉਹਦਾ ਕਿਰਦਾਰ ਕਿਵੇਂ ਦਾ ਸੀਗਾ, ਉਹ ਕਿਰਦਾਰ ਕਿਉਂ ਇੱਦਾਂ ਦਾ ਬਣ ਗਿਆ, ਕੀ ਹੋਈਆਂ ਉਹਦੇ ਨਾਲ ਚੀਜ਼ਾਂ, ਤੇ ਉਹ ਇੱਕ ਮੈਸੇਜ ਹੈ ਆਪਣੇ ਆਪ 'ਚ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਮਤਲਬ ਜਿਹੜੀ ਦੂਸਰੀ ਲਾਈਨ ਸੀਗੀ ਸ਼ਰੀਫੀ ਰੱਖ ਕੇ ਵੀ ਕਿੱਥੇ ਗੁਜ਼ਾਰਾ ਹੁੰਦਾ ਹੈਗਾ, ਉਹਨੂੰ ਅਸਲ ਦੇ ਵਿੱਚ ਪੋਰਟਰੇ ਕਰਦੇ ਹੈਗੇ ਆ ਜਿਹੜੀ ਬਿਲਕੁਲ ਸ਼ਰੀਫੀ ਰੱਖ ਕੇ। ਵੇਖੋ, ਜਦੋਂ ਬੰਦਾ ਇਹ ਸੋਚ ਲੈਂਦਾ ਨਾ ਵੀ ਸ਼ਰੀਫੀ ਰੱਖ ਕੇ ਵੀ ਗੁਜ਼ਾਰਾ ਨਹੀਂ ਹੁੰਦਾ, ਮੈਂ ਇਹ ਡਿਸੀਜਨ ਗਲਤ ਹੋ ਗਿਆ। ਉਹ ਤੁਸੀਂ ਹੁਣ ਕਿਹੜਾ ਡਿਸੀਜਨ ਲੈਣਾ ਉਹ ਤੁਹਾਡੇ ਤੇ, ਜਿਹੜੀ ਚੀਜ਼ ਤੁਸੀਂ ਲੈਣੀ ਇੱਕ ਜਿਹੜਾ ਉਹ ਵਾਪਸ ਨਹੀਂ ਆਉਂਦਾ ਕਦੀ। ਇਸੇ ਕਰਕੇ ਇਹਦਾ ਨਾਮ ਗੋਲੀ ਰੱਖਿਆ ਗਿਆ ਸੀਗਾ ਕਿ ਤੁਹਾਡਾ ਡਿਸੀਜਨ ਗੋਲੀ ਵੱਲੋਂ ਜਿਹੜਾ ਇੱਕ ਨਿਕਲ ਗਿਆ ਉਹ ਵਾਪਸ ਨਹੀਂ ਆਉਂਦਾ। ਕੀ ਕਰਨਾ, ਕਿਵੇਂ ਕਰਨਾ, ਸਹੀ ਨਿਕਲ ਗਿਆ ਹੋ ਸਕਦਾ ਘੱਟ ਇੰਪੈਕਟ ਕਰੇ ਬੰਦੇ ਦਾ, ਗਲਤ ਨਿਕਲਿਆ ਉਹ ਇੰਪੈਕਟ ਬਹੁਤ ਜ਼ਿਆਦਾ ਕਰਦਾ। ਬਿਲਕੁਲ ਉਹ ਕਰਦਾ, ਫਿਰ ਗਲਤ ਨਿਕਲ ਮਕਾਉਣਾ ਦੁਬਾਰਾ ਉਹ ਕਰ ਦਿੰਦਾ, ਬਣਾ ਦਿੰਦਾ ਨਾ ਉਹਦੇ ਹੋਏ ਵੀ ਤੁਹਾਨੂੰ ਬਣਾ ਦਿੰਦਾ। ਤੇ ਬਈ ਜਾਂਦੇ ਆਡੀਅנס ਨੂੰ ਕੀ ਫੀਲ ਕਰਨਾ ਚਾਹੁੰਦੇ ਹੋ, ਕਿਸ ਤਰੀਕੇ ਦਾ ਕਨਸੈਪਟ ਲੈ ਕੇ ਆ ਰਹੇ ਹੈਗੇ? ਨਾਮ ਇਸ ਮੂਵੀ ਦੇ ਵਿੱਚ ਤੁਹਾਡਾ ਗੋਲੀ ਜੀ, ਠੀਕ ਹੈ ਜੀ, ਇਹ ਰਿਵੀਲ ਅਸੀਂ ਕਰ ਦਿੱਤਾ ਹੈਗਾ, ਬਾਈ ਦਾ ਨੇ ਵੀ ਕਰ ਦਿੱਤਾ ਜੀ। ਤੇ ਜੀ ਮੈਂ ਇਹੀ ਤੁਹਾਡੇ ਅੱਗੇ ਬੇਨਤੀ ਹੈ ਦੋਸਤ ਵੀ ਜਿੱਦਾਂ ਮੇਰੇ ਕੋਲ ਦੇ ਜਿੰਨੇ ਕਿਰਦਾਰਾਂ ਨੂੰ ਤੁਸੀਂ ਪਿਆਰ ਦਿੱਤਾ, ਉਮੀਦ ਕਰਦਾ ਇਹਨੂੰ ਵੀ ਦਿਓਗੇ। ਕੋਸ਼ਿਸ਼ ਕਰੂੰਗਾ ਕੁਝ ਅਲੱਗ ਕਰ ਸਕਾਂ, ਕੁਝ ਵੱਖਰਾ ਕਰ ਸਕਾਂ ਜੋ ਤੁਹਾਨੂੰ ਪਸੰਦ ਆਵੇ। ਥੈਂਕ ਯੂ ਜੀ। ਮੁਕਾਮ ਹੈ ਇੱਕ ਡਾਇਲੋਗ ਨਾਲ ਕਰਨਾ ਚਾਹੁੰਦਾ ਜੀ ਭਾਈ ਜ਼ਰੂਰ। ਤੁਹਾਡੇ ਮੇਰਾ ਡਾਇਲੋਗ ਇਹੀ ਹੈ ਜੀ ਕਿ ਮੈਂ ਬੰਦਾ ਮਾਰਨ ਤੋਂ ਪਹਿਲਾਂ ਵਾਰਨਿੰਗ ਨਹੀਂ ਦਿੰਦਾ। ਉਹ ਵੀ ਇਸ ਕਰਕੇ ਕਿਉਂਕਿ ਜਨਤਾ ਨੇ ਬਹੁਤ ਪਿਆਰ ਦਿੱਤਾ, ਇਹ ਡਾਇਲੋਗ ਉਹਨਾਂ ਦੇ ਬਹੁਤ ਕਰੀਬ ਹੈ ਤੇ ਜੋ ਉਹਨਾਂ ਨੂੰ ਪਸੰਦ ਹੈ ਉਹੀ ਸਾਨੂੰ ਪਸੰਦ ਹੈ। ਮੱਟੂ ਬਾਈ ਬਹੁਤ ਬੈਸਟ ਵਿਸ਼ੇਸ਼ ਤੁਹਾਡੇ ਗੋਲੀ ਦੇ ਲਈ ਤੇ ਹੋਰ ਆਉਣ ਵਾਲੇ ਬੱਚੇ। ਤੁਸੀਂ ਦੇਖਦੇ ਰਹੋ ਚਸਕਾ ਟੀਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਹੀਨ ਕੋਟਪੂਰਾ। ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ, ਵੈਬ ਸੀਰੀਜ਼ ਆ ਰਹੀ ਹੈ ਇੱਕ ਇੰਟਰਸਟਿੰਗ ਜਿਹਾ ਨਾਮ ਹੈ ਗੋਲੀ, ਤੇ ਉਸ ਵੈਬ ਸੀਰੀਜ਼ ਦੇ ਕਿਰਦਾਰ ਬਈ ਯਾਦ ਗਰੇਵਾਲ ਸਾਡੇ ਨਾਲ ਨੇ। ਬਾਈ ਸੌਰੀ ਹੈਲੋ ਸਤਿ ਸ਼੍ਰੀ ਅਕਾਲ ਜੀ। ਇੱਧਰ ਆ ਮਾਲੂਮ ਮੈਂ ਸਾਡਾ ਕੰਮ ਰਿਹਾ ਹੈਗਾ ਨਹੀਂ ਬਾਈ ਵੈਬ ਸੀਰੀਜ਼ ਆ ਰਹੀ ਹੈ ਗੋਲੀ। ਸਭ ਤੋਂ ਪਹਿਲਾਂ ਮੁਬਾਰਕ ਹੈ ਜੀ। ਇਹਦੇ ਬਾਰੇ ਥੋੜਾ ਜਾਣਨਾ ਪਊਗਾ ਕਿਸ ਤਰੀਕੇ ਦਾ ਕਨਸੈਪਟ ਹੈ।
ਕਨਸੈਪਟ ਜਿਹੜਾ ਤੁਹਾਨੂੰ ਗੋਲੀ ਤੋਂ ਪਤਾ ਲੱਗ ਗਿਆ ਹੋਣਾ ਆਦਾਨ ਵਾਲਾ ਕਨਸੈਪਟ ਗੈਂਗਸਟਰਸ ਦੇ ਬੇਸ ਹੈ। ਗੋਲੀ ਸਟੋਰੀ ਹੈ ਕਿ ਕਈ ਵਾਰੀ ਆਪਾਂ ਜ਼ਿੰਦਗੀ 'ਚ ਇਹੋ ਜਿਹੇ ਡਿਸੀਜ਼ਨ ਲੈ ਲੈਂਦੇ ਹਾਂ ਜਿਹੜੇ ਕਿ ਆਪਾਂ ਨੂੰ ਪਛਤਾਉਣਾ ਪੈਂਦਾ ਬਾਅਦ 'ਚ। ਉਸੇ ਬੇਸ 'ਤੇ ਜਿਹੜੀ ਇਹ ਸੀਰੀਜ਼ ਹੈਗੀ ਹੈ ਉਸੇ ਦੇ ਬੇਸ ਹੈ। ਵਧੀਆ ਐਂਟਰਟੇਨਮੈਂਟ ਹੈ। ਇਹਦਾ ਤਾਂ ਲੇਖ ਲਿਖਿਆ ਗਿਆ ਕਹਿੰਦੇ ਵੈਲਕਮ ਦਾ ਬੜਾ ਮਾੜਾ ਪਰ ਸ਼ਰੀਫ ਰਹਿ ਕੇ ਕਿੱਥੇ ਗਿਆ ਇਹਨੂੰ ਕਹਿੰਦੇ ਦੇਖੋ ਇਹ ਗੱਲਾਂ ਨਾ ਕਰਨ ਨੂੰ ਬੜੀਆਂ ਸੋਹਣੀਆਂ ਲੱਗਦੀਆਂ। ਸ਼ਰੀਫ ਰਹਿ ਕੇ ਕਿੱਥੇ ਗੁਜ਼ਾਰਾ ਹੁੰਦਾ, ਵੈਲ ਪਾਣੀ ਦਾ ਬੜਾ ਮਾੜਾ ਹੁੰਦਾ ਹੈ। ਕੋਈ ਸ਼ੱਕ ਨਹੀਂ ਵੈਲ ਪਾਣੀ ਦਾ ਬਹੁਤ ਮਾੜਾ ਹੁੰਦਾ, ਸ਼ਰੀਫ ਰਹਿ ਕੇ ਕਿੱਥੇ ਗੁਜ਼ਾਰਾ ਹੁੰਦਾ। ਪਰ ਜਦੋਂ ਜਿਹਦੇ ਤੇ ਪੈਂਦੀ ਉਹਨੂੰ ਪਤਾ ਹੁੰਦਾ ਸ਼ਰੀਫ ਰਹਿ ਕੇ ਵੀ ਕਈਆਂ ਨੂੰ ਗੁਜ਼ਾਰਾ ਕਰਨਾ ਪੈਂਦਾ ਹੈ। ਔਰ ਜਿਹੜਾ ਕਰ ਲੈਂਦਾ ਉਹ ਸੌਖਾ ਰਹਿੰਦਾ, ਜਿਹੜਾ ਜ਼ਿਆਦਾ ਵੈਲ ਪਾਣੀ 'ਚ ਪੈਂਦਾ ਤੇ ਬਾਅਦ 'ਚ ਪਛਤਾਉਂਦਾ ਹੀ ਹੈ। ਤੇ ਜਿਹੜਾ ਜੇਕਰ ਜਿਹੜੀ ਆਪਣੀ ਜੰਗਸਟਰ ਜਿਹੜੀ ਪੀੜ੍ਹੀ ਹੈਗੀ ਉਹ ਜਦੋਂ ਕਾਲਜ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜ ਦੇ ਵਿੱਚ ਪਹੁੰਚੇ ਕਿ ਉਹਨਾਂ ਨੂੰ ਆਪਦੇ ਹੱਥ ਵੈਲੀ ਹੋਣਾ ਬੜਾ ਉਹਨਾਂ ਨੂੰ ਪ੍ਰਾਊਡ ਵਾਲਾ ਮੂਮੈਂਟ ਲੱਗਦਾ ਵੀ ਹਾਂ ਯਾਰ ਮੈਂ ਵੈਲੀ ਮੈਨੂੰ ਵੈਲੀ ਕਰਨ ਦਾ ਮੈਂ ਪ੍ਰਾਊਡ ਉਹਨਾਂ ਨੂੰ। ਯਾਰ ਇਹ ਬੜੀ ਮਾੜੀ ਗੱਲ ਹੈ, ਬੜੀ ਮਾੜੀ ਸੋਚ ਹੈ ਇਸ ਤਰ੍ਹਾਂ ਵੀ ਸਾਡਾ ਐਜੂਕੇਸ਼ਨ ਸਿਸਟਮ ਐਡਾ ਪੂਰ ਹੋ ਗਿਆ ਕਿ ਸਾਡੇ ਜਿਹੜੇ ਸਟੂਡੈਂਟਸ ਨੇ ਕਾਲਜ ਦੇ ਵਿੱਚ ਜਾਂਦੇ ਨੇ ਤਾਂ ਉਹ ਆਪਣੇ ਆਪ ਨੂੰ ਵੈਲੀ ਹੋਣਾ ਬੜਾ ਫਕਰ ਦੀ ਗੱਲ ਮਹਿਸੂਸ ਕਰਦੇ। ਕਿਤੇ ਉਹਨਾਂ ਨੂੰ ਇਸ ਗੱਲ ਦਾ ਫਕਰ ਮਹਿਸੂਸ ਹੋਣਾ ਚਾਹੀਦਾ ਕਿ ਵੀ ਮੈਂ ਜਲਦੀ ਤੋਂ ਜਲਦੀ ਆਪਣੀ ਐਜੂਕੇਸ਼ਨ ਕੰਪਲੀਟ ਕਰਕੇ IAS ਕਰਾਂ, PCS ਕਰਾਂ, ਠੀਕ ਹੈ ਕਿ ਨਹੀਂ, ਡਾਕਟਰ ਬਣਾ, ਇੰਜੀਨੀਅਰ ਬਣਾ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਾਂ, ਵਧੀਆ ਜ਼ਿੰਦਗੀ ਬਣਾਵਾਂ। ਠੀਕ ਹੈ, ਮਤਲਬ ਹੋਣਾ ਤਾਂ ਇਹ ਚਾਹੀਦਾ। ਬਟ ਇਹ ਬਹੁਤ ਹੀ ਤਰਾਸਦੀ ਹੈ ਪੰਜਾਬ ਦੀ ਕਿ ਮੁੰਡੇ ਜਿਹੜੇ ਨੇ ਜ਼ਿਆਦਾ ਨਹੀਂ ਹੈਗੇ, ਥੋੜੇ ਜਿਹੇ ਹੁੰਦੇ ਨੇ ਇਹ। ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਤੇ ਇਹ ਹੈ ਕਿ ਫਿਰ ਉਹੀ ਗੱਲ ਹੋ ਜਾਂਦੀ, ਸਾਡੀ ਇੰਡਸਟਰੀ ਹੈ ਕਈ ਵੀ ਬੁਰਾਈ ਬਣਾਉਣਗੇ ਵੀ ਜਿਹੜਾ ਗਨ ਕਲਚਰ ਚਲਾਇਆ ਸਿੰਗਰਸ ਨੇ ਇਹ ਬੜਾ ਮਾੜਾ, ਇਹਦਾ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ। ਠੀਕ ਹੈ ਕਿ ਨਹੀਂ, ਬਟ ਨਾਲ ਹੀ ਵੀ ਡਾਇਲੋਗ ਮਾਰ ਦਿੰਦੇ ਵੀ ਜੇ ਪ੍ਰਭਾਵ ਪੈਂਦਾ ਤਾਂ ਜੀ ਫਿਰ ਅੱਜ ਤੋਂ ਕਿੰਨੇ ਸਾਲ ਪਹਿਲਾਂ ਸ਼ੋਲੇ ਫਿਲਮ ਆਈ ਸੀ ਤੇ ਗੱਬਰ ਸਿੰਘ ਫਿਰ ਦੇਖ ਕੇ ਕੋਈ ਗੱਬਰ ਸਿੰਘ ਤਾਂ ਬਣਿਆ ਨਾ ਜੇ ਸਾਡੇ ਗਾਣੇ ਸੁਣ ਕੇ। ਬਟ ਇਹ ਸੱਚ ਹੈ ਕਿ ਗਾਣੇ ਸੁਣ ਕੇ ਮੁੰਡੇ ਤੇ ਅਸਰ ਪੈਂਦਾ ਹੈ। ਕਿਉਂ ਕਾਰਾਂ ਦੇ ਵਿੱਚ ਗਾਣੇ ਲਾ ਕੇ ਵੈਲੀਆਂ ਵਾਲਾ ਗਾਣਾ ਲਾ ਕੇ ਉਹ ਘੁੰਮਦੇ ਨੇ, ਫੀਲਿੰਗ ਲੈਂਦੇ ਨੇ ਵੈਲੀਆਂ ਵਾਲੀ। ਇਹ ਬੜੀ ਮਾੜੀ ਗੱਲ ਹੈ, ਇਹ ਉਹਨਾਂ ਦੀ ਸੋਚ ਸਾਨੂੰ ਬਦਲਣੀ ਪੈਣੀ ਹੈ। ਇਹ ਸਾਡੇ ਐਜੂਕੇਸ਼ਨ ਸਿਸਟਮ ਤੇ ਕਿਤੇ ਨਾ ਕਿਤੇ ਗੜਬੜ ਹੈ, ਨਲਾਇਕੀ ਹੈ। ਐਜੂਕੇਸ਼ਨ ਸਿਸਟਮ ਸਾਨੂੰ ਧਿਆਨ ਦੇਣਾ ਪੈਣਾ ਬਿਕੋਜ਼ ਵੀ ਨੀਡ ਟੂ ਐਜੂਕੇਟ ਆਵਰ ਯੰਗਸਟਰਸ ਵੀ ਇਹ ਵੈਲਪਣਾ ਜਿਹੜਾ ਇਹ ਬਹੁਤ ਵਾਸ ਹੈ। ਇਹਦੇ ਨਾਲ ਕੋਈ ਖੁਸ਼ ਨਹੀਂ ਹੁੰਦਾ, ਤੁਹਾਡੀ ਵੀ ਇਮੇਜ ਨਹੀਂ ਬਣਦੀ। ਇਹ ਲੋਕ ਤੁਹਾਡੀ ਇੱਜ਼ਤ ਕਰਦੇ, ਤੁਹਾਨੂੰ ਲੱਗਦਾ ਹੈ ਉਹ ਤੁਹਾਡੀ ਇੱਜ਼ਤ ਨਹੀਂ ਕਰਦੇ, ਤੁਹਾਨੂੰ ਅਵੋਇਡ ਕਰ ਰਹੇ ਹੁੰਦੇ ਨੇ ਐਕਚੁਅਲੀ। ਤੇ ਜੇ ਤੁਸੀਂ ਆਪਣੀ ਵਾਕਈ ਇੱਜ਼ਤ ਕਰਾਉਣੀ ਚਾਹੁੰਦੇ ਤਾਂ ਲੋਕ ਤੁਹਾਨੂੰ ਸਲਾਮ ਮਾਰ, ਤੁਸੀਂ IAS ਕਰੋ, PCS ਕਰੋ, ਅਫਸਰ ਲੱਗੋ, ਡਾਕਟਰ ਬਣੋ, ਇੰਜੀਨੀਅਰ ਬਣੋ। ਇਹ ਹਕੀਕਤ ਹੈ। ਮੂਵੀਜ਼, ਵੈਬ ਸੀਰੀਜ਼ ਇਹੋ ਜਿਹੇ ਕਨਸੈਪਟ ਤੇ ਬਹੁਤ ਆਉਂਦੇ ਆ, ਬਹੁਤ ਸਾਰੇ ਵਿਵਾਦ ਵੀ ਉੱਠਦੇ ਕਿ ਹਾਂ ਨਸ਼ੇਬਾਜ਼ ਨੂੰ ਪ੍ਰਮੋਟ ਕਰਦਾ ਹੈ, ਨਸ਼ੇਬਾਜ਼ ਨੂੰ ਪ੍ਰਮੋਟ ਕਰਦਾ। ਪਰ ਜਿਹੜੀਆਂ ਮੂਵੀਜ਼ ਹੈਗੀਆਂ ਚਲੋ ਐਟਲੀਸਟ ਉਹ 2 ਘੰਟੇ 2.5 ਘੰਟੇ ਐਟਲੀਸਟ ਉਹ ਐਂਡ ਦੇ ਵਿੱਚ ਮੈਸੇਜ ਤਾਂ ਦੇ ਜਾਂਦੇ। ਪਰ ਜਿਹੜੇ ਗਾਣੇ ਹੈਗੇ ਉਹਨਾਂ ਦਾ ਸਿਰਿਆਂ ਕਿਹਾ ਮੈਂ ਵੈਲੀ ਉਹ ਮੈਂ ਗੋਲੀਆਂ ਚਲਾਉਣ ਨੂੰ ਬੰਦਾ ਉਹ ਇੰਪੈਕਟ ਕਰਦੇ ਨੇ। ਉਹ ਜੰਗਸਟਰ ਦੀ ਇੰਪੈਕਟ ਕਰਦੇ ਆ, ਉਹ ਕਾਲਜ ਸਕੂਲਾਂ ਦੀ ਜਿਹੜੀ ਪੜ੍ਹਾਈ ਜਾਂਦੀ ਉਹਨਾਂ ਦੇ ਉੱਤੇ ਜਾਂਦੀ ਹੈ ਜਿਵੇਂ ਕਿ ਲੋਕ ਫੋਲੋ ਕਰਦੇ ਨੇ। ਪਰ ਉਹ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਕਿਹੜੀ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਵੀ ਇਹ ਸਿਰਫ ਐਂਟਰਟੇਨਮੈਂਟ ਹੀ ਹੈ। ਹਾਂ ਬਿਲਕੁਲ ਬਿਲਕੁਲ, ਇਹ ਸਾਨੂੰ ਸਮਝਣੀ ਪੈਣੀ ਹੈ ਗੱਲ। ਸਾਡੇ ਯੰਗਸਟਰਸ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਇਹ ਇਟਸ ਨਥਿੰਗ ਮੋਰ ਦੈਨ ਐਂਟਰਟੇਨਮੈਂਟ। ਇਹਨੂੰ ਗਾਣਾ ਸੁਣੋ, ਇੰਜੋਏ ਕਰੋ, ਨੱਚੋ ਟੱਪੋ, ਹੱਸੋ ਖੇਡੋ, ਇਹਨੂੰ ਫੀਲ ਨਾ ਕਰੋ, ਇਹਨੂੰ ਕੈਰੀ ਨਾ ਕਰੋ, ਉਹਨੂੰ ਉਹਦੀ ਲਾਈਫ ਦੇ ਵਿੱਚ ਇੰਪਲੀਮੈਂਟ ਨਾ ਕਰੋ। ਵੀ ਇਹ ਹਕੀਕਤ ਨਹੀਂ ਹੈ। ਉਹਨਾਂ ਨੂੰ 4 ਪੈਸੇ ਬਣਾਉਣੇ ਆਉਂਦੇ, ਤੁਹਾਨੂੰ ਐਕਸਾਈਟਮੈਂਟ ਕਰਕੇ ਤੇ ਆਪਦੀ ਮਾਰਕੀਟ ਬਣਾ ਕੇ ਪੈਸੇ ਕਮਾ ਕੇ ਘਰੇ ਚਲੇ ਜਾਂਦੇ ਆ। ਉਹ ਜਾ ਕੇ ਥੋੜੀ ਗੋਲੀਆਂ ਚਲਾਉਂਦੇ ਨੇ ਮਾਰਕੀਟ ਦੇ ਵਿੱਚ। ਸਾਰਾ ਡਰਾਮਾ ਹੁੰਦਾ, ਇਮੇਜ ਦਾ ਖੇਡ ਹੁੰਦਾ ਵੀ ਆਪਣੀ ਇਮੇਜ ਬਣਾ ਕੇ ਯੰਗਸਟਰਸ ਨੂੰ ਪਿੱਛੇ ਲਾਉਣਾ। ਬੜੇ ਯੰਗਸਟਰ ਸਾਡੇ ਕੋਲ ਭੋਲੇ ਹੁੰਦੇ ਨੇ ਕਿਉਂਕਿ ਉਮਰ ਇੱਦਾਂ ਦੀ ਹੁੰਦੀ ਹੈ, ਉਹ ਕੈਰੀ ਅਵੇ ਹੋ ਜਾਂਦੇ ਨੇ। ਔਰ ਇਸ ਗੱਲ ਦਾ ਸਾਨੂੰ ਰਿਸਪੌਂਸਿਬਿਲਿਟੀ ਲੈਣੀ ਪੈਣੀ ਹੈ। ਸਾਨੂੰ ਜਿਹੜਾ ਸਾਡਾ ਸਮਾਜ ਹੈ ਜਾਂ ਜਿੰਨੇ ਵੀ ਸਾਡੇ ਜਿਹਨੂੰ ਦੇਖ ਕੇ ਸਾਰਾ ਕੁਝ ਹੁੰਦਾ ਉਹਨਾਂ ਨੂੰ ਇਹ ਆਪਣੀ ਰਿਸਪੌਂਸਿਬਿਲਿਟੀ ਨਿਭਾਉਣੀ ਪੈਣੀ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ, ਆਪਣੀ ਰਿਸਪੌਂਸਿਬਿਲਿਟੀ ਨੂੰ ਸਮਝਣੀ ਚਾਹੀਦੀ ਹੈ ਕਿਉਂਕਿ ਯੰਗਸਟਰਸ ਇਹ ਯੰਗ ਏਜ ਹੁੰਦੀ ਨੇ, ਕੈਰੀ ਅਵੇ ਹੋ ਜਾਂਦੇ ਨੇ। ਇਹ ਗੱਲ ਕਰੀਏ ਜਿਵੇਂ ਜੇ ਗੈਂਗਸਟਰ ਵਾਲੇ ਜਿਹੜੀਆਂ ਮੂਵੀਜ਼ ਬਣਦੀਆਂ ਜਾਂ ਵੈਬ ਸੀਰੀਜ਼ ਬਣਦੀਆਂ ਹੈਗੀਆਂ ਉਹਦੇ ਵਿੱਚ ਮਾਲਵਾ ਖੇਤਰ ਖਾਸ ਕਰਕੇ ਜੇ ਕਰੀਏ ਬਠਿੰਡਾ ਖੇਤਰ ਉਹ ਜ਼ਿਆਦਾ ਦਿਖਾਇਆ ਗਿਆ। ਤੁਸੀਂ ਵੀ ਮੂਵੀ 'ਚ ਕਾਫੀ ਕੰਮ ਕੀਤਾ ਜਿਸ ਬਠਿੰਡਾ ਖੇਤਰ ਦਿਖਾਇਆ ਗਿਆ। ਉਹ ਕੀ ਕਾਰਨ ਹੈਗਾ ਵੀ ਮਾਲਵੇ ਨੂੰ ਜ਼ਿਆਦਾ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਇਸ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਮਾਲਵੇ ਨੂੰ ਪ੍ਰਮੋਟ ਹੈ ਨਹੀਂ ਕੋਈ ਗੱਲ ਹੁੰਦੀ। ਇਹ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਰਾਈਟਰ ਹੁੰਦਾ ਉਹ ਮਤਲਬ ਕਿ ਉਸ ਖਿੱਤੇ ਦਾ ਹੀ ਹੋ ਜਾਂਦਾ। ਉਹ ਜਿਹੜੀ ਖਿੱਤੇ ਦਾ ਹੋਇਆ ਹੁੰਦਾ ਤਾਂ ਉਹ ਆਪਣੇ ਖਿੱਤੇ ਦੀ ਸਟੋਰੀ ਆਪਦੀ ਲੈਂਗੁਏਜ ਦੇ ਵਿੱਚ ਆਪਦੇ ਐਕਸੈਂਟ ਦੇ ਵਿੱਚ ਲੈ ਕੇ ਆਉਂਦਾ। ਨਹੀਂ ਤਾਂ ਪੰਜਾਬ ਹੈ, ਪੰਜਾਬ ਆਪਣਾ 3-4 ਬੋਲੀਆਂ ਬੋਲੀਆਂ ਜਾਂਦੀਆਂ ਪੰਜਾਬੀ ਦੀਆਂ ਜਿਹੜੀਆਂ ਅਲੱਗ-ਅਲੱਗ। ਉਹਦੇ ਵਿੱਚ ਹੁਣ ਹਰ ਖੇਤਰ ਦੇ ਵਿੱਚ ਮਤਲਬ ਜਿਹੜਾ ਵੀ ਜਿੱਥੋਂ ਆਉਂਦਾ ਗਾ ਰਾਈਟਰ ਉਹ ਆਪਦੇ ਖਿੱਤੇ ਦੀ ਐਕਸੈਂਟ ਨੂੰ ਹੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦਾ। ਪਿੱਛੇ ਜੇ ਟ੍ਰੈਂਡ ਚੱਲਿਆ ਸੀਗਾ ਕਿਉਂਕਿ ਮਾਲਵੇ ਦੇ ਜਿਹਨੂੰ ਕਿ ਪਹਿਲਾਂ ਲੋਕ ਬਹੁਤ ਬੈਕਵਰਡ ਸਮਝਦੇ ਸੀ, ਪਰ ਉਹ ਮਤਲਬ ਲੋਕ ਐਜੂਕੇਟ ਕਰ ਗਏ ਸੀ ਤਾਂ ਉੱਥੋਂ ਕਾਫੀ ਰਾਈਟਰ ਉੱਠੇ ਸੀ ਤਾਂ ਉਹਨਾਂ ਨੇ ਫਿਰ ਆਪਦਾ ਐਕਸੈਂਟ ਨੂੰ ਲੈ ਕੇ ਆਏ ਤਾਂ ਉਹ ਕਲਿੱਕ ਕਰ ਗਿਆ ਕਿਤੇ ਨਾ ਕਿਤੇ ਜਾ ਕੇ। ਠੀਕ ਹੈ, ਉਹ ਵਰਕ ਕਰ ਗਿਆ। ਤੇ ਉਹ ਬਸ ਆਈ ਉਹਨਾਂ ਨੇ ਉਹ ਲੈਂਗੁਏਜ ਹੈ ਜਿਹੜੀ ਉਹ ਕੀ ਚੀਜ਼ ਸੂਟ ਕਰਦੀ ਉਹਨਾਂ ਨੇ ਉਹ ਕਰੈਕ ਕਰ ਲਿਆ, ਉਹ ਜਨਰ ਕਰੈਕ ਕਰ ਲਿਆ ਜਿਹੜੀ ਉਹ ਲੈਂਗੁਏਜ ਨੂੰ ਸੂਟ ਕਰਦਾ ਤੇ ਉਹ ਕਲਿੱਕ ਕਰ ਗਿਆ। ਜਦੋਂ ਕਲਿੱਕ ਕਰ ਗਿਆ ਉਹਨੇ ਪੈਸੇ ਬਣਾਉਣੇ ਸ਼ੁਰੂ ਕਰ ਦਿੱਤਾ। ਫਿਰ ਉਹਦੇ 'ਚ ਇਨਵੈਸਟਮੈਂਟ ਵੀ ਹੁੰਦੀ ਹੈ ਤੇ ਇਸ ਕਰਕੇ ਉਹ ਇੱਕ ਟ੍ਰੈਂਡ ਚੱਲ ਪਿਆ।
ਤੇ ਜਦ ਬਈ ਆਉਣ ਵਾਲੇ ਹੋਰ ਕਿਹੜੇ ਪ੍ਰੋਜੈਕਟ ਆ ਰਹੇ ਨੇ ਇਸ ਤੋਂ ਆਉਣ ਵਾਲੇ ਮੇਰੇ ਕਾਫੀ ਪ੍ਰੋਜੈਕਟ ਆ ਰਹੇ ਨੇ, 3-4 ਕਿਤਾਬਾਂ ਹੁਣੀ ਮੈਂ ਕੰਪਲੀਟ ਕੀਤੀ ਹੈ। ਸ਼ੌਕ ਸਰਕਾਰੀ ਦਾ ਉਹ ਆ ਰਹੀ ਹੈ, ਇੱਕ ਹੁਣੀ ਹਿੰਦੀ ਮੂਵੀ ਕਰੀ ਜਾ ਰਹੇ ਹਾਂ ਤੇ ਉਹਦਾ ਸ਼ੂਟ ਚੱਲੀ ਜਾ ਰਿਹਾ। ਬਾਕੀ ਕਾ ਵੈਬ ਸੀਰੀਜ਼ ਹੈ, 2 ਫਿਲਮਾਂ ਕੰਪਲੀਟ ਪਈਆਂ ਰਿਲੀਜ਼ ਤੇ ਨੇ। ਸਭ ਚੱਲੀ ਹੈਗੀ ਪਾਈਪਲਾਈਨ ਦੇ ਵਿੱਚ। ਚਲੋ ਜਦ ਬਈ ਬਹੁਤ ਬਹੁਤ ਮੁਬਾਰਕਬਾਦ ਹੈ ਇਸ ਵਾਸਤੇ ਵੀ ਜਿਹੜੇ ਆਉਣ ਵਾਲੇ ਬਹੁਤ ਥੈਂਕ ਯੂ ਸੋ ਮਚ। ਨਮਸਕਾਰ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਤੇ ਮੈਂ ਸ਼ਾਈਨ ਕੋਟਕਪੂਰਾ ਪਹੁੰਚੇ ਹੋਏ ਹਾਂ ਜੀ ਪ੍ਰੈਸ ਕਾਨਫਰੰਸ ਤੇ। ਬੜੀ ਹੀ ਯੂਨੀਕ ਜੀ ਨਾਮ ਦੀ ਵੈਬ ਸੀਰੀਜ਼ ਆ ਰਹੀ ਹੈ। ਨਾਮ ਕੀ ਹੈ? ਗੋਲੀ। ਤੇ ਉਸ ਵੈਬ ਸੀਰੀਜ਼ ਦੇ ਕਿਰਦਾਰ ਮਨੂ ਕੰਬੋਜ ਬਾਈ ਸਾਡੇ ਨਾਲ ਨੇ। ਬਾਈ ਜੀ ਸਵਾਗਤ ਹੈ। ਮੇਰੀ ਵੈਬ ਸੀਰੀਜ਼ ਬਾਰੇ ਜਾਣਨਾ ਚਾਹੁੰਦੇ ਹਾਂ। ਗੋਲੀ ਕੀ ਸਾਰੀ ਗੋਲੀ ਹੈ, ਕਿਉਂ ਪਾਈ ਗਈ ਹੈ, ਕੀ ਚੱਕਰ ਕੋਸ਼ਿਸ਼ ਕੀਤੀ ਜੇ ਤੁਸੀਂ ਇਸ ਰਸਤੇ ਜਾਓਗੇ ਤਾਂ ਇਲਜ਼ਾਮ ਆਵੇ ਇਹ ਸਾਡੇ ਵੱਲੋਂ ਛੋਟੀ ਜਿਹੀ ਕੋਸ਼ਿਸ਼ ਹੈ। ਸਰਲੇਖ ਜਿਹੜਾ ਕਹਿੰਦੇ ਵੈਲਕਮ ਦਾ ਤਾਂ ਮਾੜਾ ਹੁੰਦਾ, ਸ਼ਰੀਫ ਰਹਿ ਕੇ ਵੀ ਕਿੱਥੇ ਗਿਆ ਜਾਂਦਾ ਮੰਨ ਲਿਓ ਗੱਲ। ਬਿਲਕੁਲ ਬਿਲਕੁਲ। ਜੇ ਦੇਖੋ ਤੁਸੀਂ ਜੁਰਮ ਕਰਨਾ ਵੀ ਤੇ ਸਹਿਣਾ ਵੀ ਦੋਨੋਂ ਮਾੜੀ ਚੀਜ਼ ਜੇ ਜਿਹੜੇ ਜੇ ਕਰਨੇ ਦੇ ਜੁਰਮ ਦੇ ਸਿੰਗਲ ਦਾ ਬੰਦਾ ਵੈਲਕਮ ਦੇ ਵਿੱਚ ਆ ਜਾਂਦਾ ਹੈ, ਪਰ ਉਹਦੇ ਮੋੜ ਦੇ ਕਿਹੜੇ ਕਿਹੜੇ ਰਸਤੇ ਬਣਦੇ ਉਸ ਮੋੜ ਦਾ ਕਿਹੜਾ ਬਣਦਾ ਕਿ ਨਹੀਂ ਬਣਦੇ। ਇਹ ਕੋਈ ਐਸੀ ਗੱਲ ਨਹੀਂ ਚਾਹੁੰਦਾ ਕਿ ਬਹੁਤ ਮਜਬੂਰੀ ਆਉਂਦੀ ਹੈ ਇਹਦਾ ਦਿਲ अंत बुरा होता है कोशिश भी शरीफ बंदे को जे नहीं होता यही होता है शरीफ बंदा तो बदमाश बनता है ਬੰਦੇ ਦਾ ਬੜਾ ਚੱਲਦਾ कहानी के पीछे का ਚੀਜ਼ ਦਿਖਾਵਾਂਗੇ ਤਾਂ ਹੀ ਵੀ ਐਕਸੈਸ ਵੀ ਐਸਾ ਕੁਝ ਹੋ ਸਕਦਾ ਹੈ ਮੈਨੂੰ ਤਾਂ ਇਸ ਤਰ੍ਹਾਂ ਬਚਿਆ ਜਾ ਸਕਦਾ ਹੈ ਇਸ ਚੀਜ਼ सारी चीजों कंटेंट ही होता है ਐਕਸ਼ਨ ਮੂਵੀ ਚੱਲਦੇ ਪਾਉਂਦੇ ਐਕਸ਼ਨ ਮੂਵੀ ਦੇ ਸਾਹਮਣੇ ਸਾਰੀ ਫਿਕਸ਼ਨ ਜ਼ਿਆਦਾ ਬਣ ਰਹੀ ਹੈ। ਜੇ ਫਿਕਸ਼ਨ ਸਾਡੀ ਜ਼ਰੂਰੀ ਹੈ ਕਿ ਕਹਾਣੀ ਤੋਂ ਬਾਅਦ ਵੈਸੇ ਹੀਰੋ ਲੈ ਕੇ ਹੀਰੋ ਤੋਂ ਲੈ ਕੇ ਆਪਣੇ ਹੁਣ ਅੰਦਰ ਵੀ ਬਹੁਤ ਵੱਡਾ ਵਿਲਨ ਹੈ ਤੇ ਹੀਰੋ ਵੀ ਹੈ। ਹੁਣ ਆਪਣੇ ਅੰਦਰ ਕਿੰਨੇ ਸ਼ੇਡ ਹੈ। ਹੁਣ ਇਹ ਸਮਾਜ ਹੈ ਜੀ, ਸਮਾਜ ਦੀ ਚੀਜ਼ਾਂ ਲਈ ਜਾਂਦੀਆਂ ਨੇ। ਐਸਾ ਕੁਝ ਨਹੀਂ ਹੈ ਵੀ ਹੁਣ ਹਰ ਚੀਜ਼ ਮੈਂ ਤਾਂ ਨਹੀਂ ਕੋਈ ਸੋਚਦਾ ਸਮਝਦਾ ਕਿ ਜੇ ਕੋਈ ਮਾੜੀ ਚੀਜ਼ ਕੋਈ ਫਿਲਮ ਵੇਖ ਕੇ ਕੋਈ ਡਾਕੂ ਬਣ ਗਿਆ ਜਾਂ ਗੁੰਡਾ ਬਣ ਗਿਆ, ਨਹੀਂ ਇਹ ਉਹਨਾਂ ਤੋਂ ਚੀਜ਼ਾਂ ਲਈਆਂ ਹੋਈਆਂ ਜੀ। ਜਿਵੇਂ ਗੀਤਾਂ ਦਾ ਪ੍ਰਭਾਵ ਜਿਵੇਂ ਕਿ ਮੰਨਿਆ ਜਾਂਦਾ ਕਿ ਗੀਤਾਂ ਦਾ ਜਿਹੜਾ ਪ੍ਰਭਾਵ ਹੈ ਉਹ ਬਿਲਕੁਲ ਹਾਲ ਹੀ ਵਿੱਚ ਜਿਹੜਾ ਹੈ ਸੀਐਮ ਉਹਨਾਂ ਨੇ ਕਿਹਾ ਗਿਆ ਕਿ ਜਿਹੜੇ ਐਮਸੀ ਗੀਤ ਪਹਿਲਾਂ ਜਿਹੜੇ ਗੀਤ ਬੰਦ ਕੀਤੇ ਕੀ ਲੱਗਦਾ ਹੈ ਕਿ ਇਹ ਸਿੱਕੈਂਸੀ ਸੈਂਸਰ ਦੇ ਵੱਲੋਂ ਸਾਡੇ ਸਿਨੇਮਾ ਦੇ ਵਿੱਚ ਆ ਸਕਦੇ पूरी का ਸਿਨੇਮਾ ਦੇ ਵਿੱਚੋਂ ਮੈਂ ਉਹੀ ਪਹਿਲਾਂ ਕਹਿ ਰਿਹਾ ਵੀ ਆਪਣਾ ਇਹ ਤਾਂ ਆਪਣੀ ਤੇ ਜੀ ਆਪਣੀ ਵਿਜ਼ਨ ਤੇ ਆ ਵੀ ਆਪਾਂ ਉਸ ਚੀਜ਼ ਨੂੰ ਲੈਣਾ ਕਿਵੇਂ। ਠੀਕ ਹੈ, ਮੈਸੇਜ ਦੀ ਜੇ ਗੱਲ ਕਰੀਏ ਤਾਂ ਆਪਾਂ ਨੂੰ ਉਹੀ ਗੱਲ ਪਹਿਲਾਂ ਕੀਤੀ ਕਿ ਆਪਾਂ ਮਾਈਕ ਤੋਂ ਸਿੱਖ ਸਕਦੇ ਦੂਸਰੇ ਦੀ ਆਵਾਜ਼ ਕਿਵੇਂ ਬਣਦੀ ਹੈ। ਆਪਣਾ ਵਿਜ਼ਨ ਹੈ ਨਾ ਵੀ ਆਪਾਂ ਚੀਜ਼ ਨੂੰ ਕੈਚ ਕਰ ਰਹੇ ਹਾਂ। ਸਾਡੇ ਕੋਲ ਤਾਂ ਅੰਤ ਤਾਂ ਉਹੀ ਦਿਖਾਇਆ ਜਾ ਰਿਹਾ ਮਾੜੇ ਦਾ ਮਾੜਾ ਨਤੀਜਾ ਉਹ ਆਪਣੀ ਵਿਜ਼ਨ ਤੇ ਜੇ ਆਪਾਂ ਨੂੰ ਗੱਲ ਕਰਾਂ ਜ਼ਿਆਦਾਤਰ ਜਿਹੜੇ ਕਰੈਕਟਰ ਹੈਗੇ ਨੇ ਉਹ ਗ੍ਰੇ ਸ਼ੇਡ ਦੇ ਜਾਂ ਨੈਗੇਟਿਵ ਸ਼ੇਡ ਦੇ ਜ਼ਿਆਦਾ ਕੀਤੇ ਜਾਂਦੇ ਨੇ ਕਿਉਂਕਿ ਉਸ ਨਾਲ ਜ਼ਿਆਦਾ ਉਹ ਕਹਿ ਸਕਦੇ ਹਾਂ ਮੈਨੂੰ ਥੋੜਾ ਜਿਹਾ ਮੇਰਾ ਇਹ ਹੁੰਦਾ ਕਿ ਹਰ ਕੋਈ ਨਵੀਂ ਰੂਪਾਂ ਦਾ ਮਿਲਦਾ ਹੈ ਮੈਂ ਮੇਰੇ ਵਧੀਆ ਸੁਣ ਸੁਣਖਾ ਹੁੰਦਾ हाँ चोरी की बात क्या ਉਹ ਹਾਂ ਠੀਕ ਹੈ ਪੌਂਡ ਤੇ ਜਿਹੜਾ ਕੈਮਰੇ ਨੇ ਕਰਨਾ ਉਹ ਇੱਕ ਮਸਲਾ ਹੈ ਪਰ ਜੇ ਉਹ ਵੈਸੇ ਕਲੀਅਰ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਐਕਟਰ ਵੀ ਇਸ ਵਾਰ ਜਿਹੜਾ ਮੇਨ ਕਰਦਾ ਜਿਹੜਾ ਇਧਰਲੇ ਪਾਸੇ ਆ ਗਿਆ ਮੈਂ ਤਾਂ ਹਰ ਲਾਈਫ ਜੀਣੀ ਚਾਹੁੰਦਾ ਇੱਕ ਐਕਟਰ ਨੂੰ ਇਹ ਹੁੰਦਾ ਕਿ ਵੱਧ ਤੋਂ ਵੱਧ ਲਾਈਫ ਜੀਣੀ ਹੈ। ਬਹੁਤ ਕਰੈਕਟਰ ਮੈਂ ਹਰ ਇੱਕ ਤਰ੍ਹਾਂ ਦਾ ਕਰੈਕਟਰ ਕਰਨਾ ਚਾਹੁੰਦਾ ਕੁਛ ਐਸਾ ਨਹੀਂ। ਅਮਨ ਭਾਈ ਹੋਰ ਅਗਲੇ ਕਿਹੜੇ ਕਿਹੜੇ ਪ੍ਰੋਜੈਕਟ ਆ ਮੈਂ ਹੁਣੇ ਜਿਹੇ ਪਿੱਛੇ ਕੀਤੀ ਗੁੱਡ ਲੱਗ ਜਾਏਗੀ ਜਿੰਦਰ ਨਾਮ ਦਾ ਕਰੈਕਟਰ अगर नहीं बहुत बड़ा गुस्सा ਜਮ ਜਾਂਦੇ ਗੋਲੀ ਵਾਲੇ ਕੁਝ ਖਾਸ ਚੀਜ਼ਾਂ ਹੈਗੀਆਂ ਗੋਲੀ ਵਾਲੇ ਉਹ ਸਾਡਾ ਦੇ ਵਿੱਚ ਜੀ ਗੋਲੀ ਦੀ ਤੁਹਾਨੂੰ ਬਹੁਤ ਕੁਝ ਅੱਛਾ हाँ पूरी ਛਾਤੀ ਦੇ ਇੱਕ ਮੇਕਿੰਗ ਦਾ ਟ੍ਰੀਟਮੈਂਟ ਦਾ ਮਤਲਬ ਤੁਹਾਨੂੰ ਹਟ ਕੇ ਦੇਖੋ ਬਹੁਤ ਸ਼ੁਕਰੀਆ ਬਈ ਦੇਖਦੇ ਰਹੋ ਚਸਕਾ ਟੀਵੀ।